ਗੋਬਿੰਦ ਜੀਓ ਗੋਬਿੰਦ ਜੀਓ ਗੋਬਿੰਦ ਜੀਓ ਗੋਬਿੰਦ ਜੀਓ ਸਤ ਸੰਗ ਤੇ ਮੇਲੇ ਹਾਰ ਪਿਆਈਐ ਸਤ ਸੰਗ ਤੇ ਮੇਲੇ ਹਾਰ ਸਤ ਸੰਗ ਤੇ ਮੇਲੇ ਹਰ ਪਿਆਈਐ ਸਤ ਸੰਗ ਤੇ ਮੇਲੇ ਹਰ ਪਿਆਈਐ ਗੋਬਿੰਦ ਜੀਓ ਗੋਬਿੰਦ ਜੀਓ ਸਤ ਸੰਗ ਤੇ ਮੇਲੇ ਹਰ ਪਿਆਈਐ ਸਤ ਸੰਗ ਤੇ ਮੇਲੇ ਹਰ ਪਿਆਈਐ ਗੋਬਿੰਦ ਜੀਓ ਗੋਬਿੰਦ ਜੀਓ ਸਤ ਸੰਗ ਤੇ ਮੇਲੇ ਹਰ ਪਿਆਈਐ ਸਤ ਸੰਗ ਤੇ ਮੇਲੇ ਹਰ ਪਿਆਈਐ ਹਉਮੈ ਰੋਗ ਗਿਆ ਸੁਖ ਪਾਇਆ ਹਉਮੈ ਰੋਗ ਗਿਆ ਸੁਖ ਪਾਇਆ ਹਉਮੈ ਰੋਗ ਗਿਆ ਸੁਖ ਪਾਇਆ ਹਰ ਸਹਿਜੇ ਸਮਾਧੀ ਲਗਾਈਐ ਹਰ ਸਹਿਜੇ ਸਮਾਧੀ ਲਗਾਈਐ ਹਰ ਸਹਿਜੇ ਸਮਾਧੀ ਸਤ ਸੰਗ ਤੇ ਮੇਲੇ ਹਰ ਪਿਆਈਐ ਸਤ ਸੰਗ ਤੇ ਮੇਲੇ ਹਰ ਪਿਆਈਐ ਆ ਸ਼ਬਦ ਅਸੀਂ ਪਿਛਲੀ ਚੌਂਕੀ 'ਚ ਚੱਲਦਾ ਰੱਖਿਆ ਸੀ ਪੰਨਾ ਇਹਦਾ ਹੈ 1179 ਔਰ ਬਸੰਤ ਹੰਡੋਲ ਮਹੱਲਾ ਚੌਥਾ ਹੈ ਇਹਦੀ ਰਹਾਉ ਦੀ ਤੁਕ ਅਸੀਂ ਗਾਵੀ ਹੈ ਔਰ ਕਿੱਡੇ ਸਤਿਕਾਰ ਪਿਆਰ ਨਾਲ ਅਕਾਲ ਪੁਰਖ ਦਾ ਨਾਮ ਲੈ ਰਹੇ ਨੇ ਮਹੱਲਾ ਚੌਥਾ ਬੜੇ ਪਿਆਰ ਸਤਿਕਾਰ ਨਾਲ ਗੋਬਿੰਦ ਜੀਓ ਗੋਬਿੰਦ ਜੀਓ ਜਿੱਦਾਂ ਸਾਹਮਣੇ ਸ਼ਬਦ ਕੀ ਨੇ ਸ਼ਬਦ ਉਹਨਾਂ ਵਿਅਕਤੀਆਂ ਭਗਤ ਰੂਹਾਂ ਔਰ ਜਿੰਨੇ ਵੀ ਇਹ ਸ਼ਬਦ ਆਏ ਨੇ ਗੁਰੂ ਪਦਵੀਆਂ ਗੁਰੂ ਜੋਤੀਆਂ ਉਹ ਸਾਹਮਣੇ ਦੇਖ ਕੇ ਸ਼ਬਦ ਆਪਣੇ ਅੰਦਰ ਗੋਬਿੰਦ ਜੀ ਉਹ ਔਰ ਉਹਨੂੰ ਮੁਖਾਤਬ ਕਰਕੇ ਕਹਿ ਰਹੇ ਨੇ ਵੀ ਇਹ ਗੋਬਿੰਦ ਜੀਓ ਸਤ ਸੰਗਤ ਹੀ ਲਫ਼ਜ਼ ਹੈ ਸੰਗਤ ਲਫ਼ਜ਼ ਨਹੀਂ ਹੈ ਅਸੀਂ ਇਹੋ ਨਿਖੇਰਨਾ ਚਾਹੁੰਦਾ ਸਤ ਸੰਗਤ ਸਪਿਰਿਚੁਅਲ ਸਟੇਜ ਅੰਦਰਲੇ ਬੰਨੇ ਆ ਸਾਡੇ ਉੱਥੇ ਤੱਕ ਚੜ੍ਹਾਈ ਹੋ ਜਾਂਦੀ ਹੈ ਮੈਨੂੰ ਉਹ ਮਿਲ ਜਿੱਥੇ ਫਿਰ ਉਸ ਮਿਲਣ ਦੇ ਨਾਲ ਮੇਰੀ ਹਉਮੈ ਅੰਦਰੋਂ ਰੋਗ ਵੱਡਾ ਦੁਨੀਆ ਦਾ ਸਭ ਤੋਂ ਹਉਮੈ ਰੋਗ ਮੰਨਿਆ ਗਿਆ ਹੈ ਮੇਰੀ ਹਉਮੈ ਈਗੋ ਉੱਥੇ ਦੂਰ ਹੋ ਜਾਂਦੀ ਹੈ ਔਰ ਸੁੱਖ ਮਿਲ ਜਾਂਦਾ ਮੈਨੂੰ ਔਰ ਸਮਾਧ ਦੀ ਅਵਸਥਾ ਜੇ ਕਿਸੇ ਨਾਲ ਲੈਣੀ ਹੈ ਤੇ ਰਹਾਉ ਦੀ ਤੁਕ ਇਹਦੇ ਦੁਆਲੇ ਪਾਏਗਾ ਸਾਰਾ ਸ਼ਬਦ ਵੀ ਸਮਾਧੀ ਕਿੱਦਾਂ ਲੱਗੇ ਔਰ ਸਹਿਜ ਦਾ ਲਫ਼ਜ਼ ਲਿਖ ਗਏ ਸਹਿਜ ਲਫ਼ਜ਼ ਇਹ ਹੈ ਵੀ ਕੋਈ ਔਖਾ ਜਪ ਤਪ ਨਾ ਕਰੀ
ਗ੍ਰਸਥ 'ਚ ਰਹਿ ਕੇ ਆਪਣੇ ਜਿੱਥੇ ਭਾਣੇ 'ਚ ਬੈਠਾ ਇਹਦੇ 'ਚ ਸਮਾਧੀਆਂ ਲਾਉਣੀਆਂ ਸਿੱਖ। ਔਰ ਸਹਿਜ ਸਮਾਧ ਹੈ ਭਈ ਕੋਈ ਐਸੀ ਪਾਵਰ ਅੰਦਰ ਆਉਂਦੀ ਹੈ ਜਿਹਨੂੰ ਭੇਟ ਕੇ ਤੇ ਫਿਰ ਇਹ ਜੁਗਤੀ ਇਹ ਹੈ ਵੀ ਹਸਾਉਂਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚ ਹੀ ਹੋਵੇ ਮੁਕਤ, ਤੇ ਉਸ ਨੂੰ ਭੇਟਣਾ ਪੈਂਦਾ ਹੈ। ਉਹਦੀ ਜੁਗਤ ਕੀ ਹੈ ਵੀ ਅਸੀਂ ਸਹਿਜ ਹੀ ਹਰ ਕੰਮ ਕਰਦੇ ਹੋਏ ਗ੍ਰਸਥ ਮਾਰਗ ਆਪਣਾ ਸਾਰਾ ਨਿਭਾਉਂਦੇ ਹੋਏ ਸਾਡੀ ਸਹਿਜ ਸਮਾਧੀਆਂ ਗੁਰੂ ਪਦਵੀ ਦੀਆਂ ਲੱਗਦੀਆਂ ਸੀ। ਇੱਥੇ ਉਹ ਅਵਸਥਾ ਦੱਸੀ ਹੈ ਵੀ ਔਖਾ ਨਾ ਹੋ, ਐਸਾ ਕੰਮ ਨਾ ਕਰ। ਆਰਾਮ ਦੇ ਨਾਲ ਗੁਰੂ ਨਾਨਕ ਨਾਏ ਰਾਜ ਯੋਗ ਰਾਸਤਾ ਤੋਰਿਆ ਸੀ। ਔਰ ਰਾਜ ਯੋਗ ਇਹ ਕੀ ਹੈ ਵੀ ਵਿੱਚੇ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਪਰ ਸਤਿਗੁਰ ਭੇਟਿਆ, ਨਾਨਕ ਸਤਿਗੁਰ ਨਹੀਂ ਹੈ ਇੱਥੇ, ਨਾਨਕ ਛਾਪ ਹੈ। ਨਾਨਕ ਹੇ ਨਾਨਕ ਉਸ ਸੱਤੇ ਗੁਰ ਨੂੰ ਅੰਦਰ ਆਪਣੇ ਭੇਟ, ਤੇਰੀ ਪੂਰੀ ਜੁਗਤ ਤਾਂ ਭਗਤੀ ਦੀ ਹੈ। ਔਰ ਜੁਗਤ ਕੀ ਹੈ ਵੀ ਗ੍ਰਸਥ ਕਰਨਾ ਹੈ। ਔਰ ਹਸਾਉਂਦਿਆਂ ਖਲੰਦਿਆਂ ਪਹਿਨੰਦਿਆਂ ਖਾਵੰਦਿਆਂ ਕੋਈ ਚੀਜ਼ ਛੱਡਣੀ ਨਹੀਂ ਹੈ। ਜੋਗੀਆਂ ਵਾਂਗੂ ਜਾਂ ਔਰ ਜਿਹੜੇ ਡੇਰੇਦਾਰ ਸੰਤ ਨੇ ਸਾਰੀ ਉਮਰ ਸ਼ਾਦੀ ਨਹੀਂ ਕਰਾਉਂਦੇ, ਇਹ ਹਿੰਦੂ ਮਾਰਗ ਹੈ ਸਾਡਾ। ਗੁਰੂ ਨਾਨਕ ਨੇ ਜਿਹੜਾ ਗੱਦੀ ਗਾਂ ਦਿੱਤੀ ਸੀ ਅਗਲੀ, ਇਸੇ ਲਈ ਬਾਬੇ ਲਹਿਣੇ ਨੂੰ ਨੌਜਵਾਨ ਮੁੰਡਾ ਔਰ ਲੜਕੀ ਜਿਹੜੇ ਆਏ ਸੀ ਉਹਨਾਂ ਕੋਲ, ਔਰ ਉਹਨਾਂ ਨੂੰ ਟ੍ਰੇਨਡ ਕਰਕੇ ਆਪਣੀ ਜੋਤ ਆਪਣੇ ਪੁੱਤ ਉਦਾਸੀ ਜਿਹੜਾ ਵੱਡਾ ਲੜਕਾ ਸੀ ਜਿਹੜੇ ਨੇ ਸ਼ਾਦੀ ਨਹੀਂ ਸੀ ਕਰਾਈ, ਉਹਦੇ 'ਚ ਨਹੀਂ ਆਪਣੀ ਜੋਤ ਛੱਡੀ। ਇਸੇ ਕਰਕੇ ਆਹ ਰਾਸਤਾ ਤੋਰਿਆ, ਸ਼ਾਦੀ ਕਰਾਓ, ਗ੍ਰਸਥ ਕਰੋ, ਇਹ ਸਭ ਤੋਂ ਉੱਚਾ ਮਾਰਗ ਹੈ। ਇਸ ਕਰਕੇ ਉਹਦੇ ਵਿੱਚ ਹੀ ਸਹਿਜ ਮਾਰਗ ਹੈ। ਤੇ ਇਸ ਕਰਕੇ ਨਾਨਕ ਪਰ ਉਹ ਸਤਿਗੁਰ ਨੂੰ ਭੇਟੋ। ਬਾਬਾ ਨਾਨਕ ਸਤਿਗੁਰ ਨਹੀਂ ਸੀ, ਉਹਨੇ ਆਪਣੇ ਅੰਦਰ ਇਹ ਪਾਵਰ ਖੜੀ ਕੀਤੀ ਸੀ ਮਿਹਨਤ ਕਰਕੇ, ਪਿਛਲੀ ਕਮਾਈ ਦੀ ਵਜ੍ਹਾ ਕਰਕੇ। ਉਹਦਾ ਗੁਰਪ੍ਰਸਾਦ ਜਾਂ ਕੋਈ ਪਾਣਾ ਐਸਾ ਹੈ ਵੀ ਜਿੰਨੇ ਭਗਤ ਵਿਅਕਤੀਆਂ ਸਾਰੀਆਂ ਉਹਨਾਂ ਨੇ ਆਪਣੇ ਅੰਦਰ ਸਤਿਗੁਰ ਖੜਾ ਕੀਤਾ ਸੀ। ਇਸ ਕਰਕੇ ਉਹ ਸਤਿਗੁਰ ਜਿਹੜਾ ਹੈ ਉਹਦੇ ਲਈ ਲਿਖਿਆ ਵੀ ਨਾਨਕ ਸਤਿਗੁਰ ਭੇਟੇ ਐ, ਭੇਟਣਾ ਅੰਦਰ ਹੈ। ਨਾਨਕ ਸਤਿਗੁਰ ਭੇਟਿਆ, ਕੋਈ ਸੰਤ ਸਾਧ ਸਤਿਗੁਰੂ ਇੱਕੋ ਗੱਲ ਆ। ਉਸ ਨੂੰ ਉਸੇ ਵਿਅਕਤੀ ਨੂੰ ਕਿਹਾ ਹੈ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸਾਉਂਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਤੋ ਮੁਕਤੀ ਦਾ ਰਾਸਤਾ ਜਿਹੜਾ ਦੱਸਿਆ ਹੈ। ਔਰ ਇਹਦੇ ਵਿੱਚ ਇੱਥੇ ਮਹਾਰਾਜ ਸਮਾਧੀ ਲਾਉਣੀ ਦੱਸਦੇ ਹੈ ਵੀ ਉਹ ਸਹਿਜ ਅਵਸਥਾ 'ਚ ਪਹਿਲਾਂ ਸਮਾਧੀ ਕਿੱਦਾਂ ਸਾਡੀ ਗ੍ਰਸਥ ਦੇ ਵਿੱਚ ਹਰ ਵੇਲੇ ਸਮਾਧੀ ਲੱਗੀ ਰਹੇ। ਇਹ ਅੰਦਰਲੇ ਬੰਨੇ ਮਨ ਬੈਠ ਕੇ ਸਮਾਧੀ ਲਾਉਂਦਾ ਅੰਦਰ ਬੈਠ ਕੇ। ਤੋ ਉਸ ਅਵਸਥਾ ਦਾ ਸ਼ਬਦ ਹੈ। ਔਰ ਰਹਾਉ ਇੱਥੇ ਲਾਇਆ ਹੈ। ਔਰ ਕਾਲ ਪੁਰਖ ਨੂੰ ਸਨਮੁਖ ਦੇਖ ਕੇ ਤੇ ਗੁਰੂ ਰਾਮਦਾਸ ਸਾਹਿਬ ਮਹੱਲਾ ਚੌਥਾ ਸ਼ਬਦ ਦੇ ਰਹੇ ਨੇ, ਗੋਬਿੰਦ ਜੀਓ ਗੋਬਿੰਦ ਜੀਓ ਸਤ ਸੰਗ ਤੇ ਮੇਲੇ ਹਾਰੇ ਧਿਆਈਐ, ਸਤ ਸੰਗ ਤੇ ਮੇਲੇ ਹਾਰੇ ਧਿਆਈਐ। ਉੱਥੇ ਜਪਣਾ ਨਹੀਂ ਰਹਿ ਜਾਂਦਾ, ਧਿਆਨ ਦੀ ਅਵਸਥਾ ਲਿਖੀ ਹੈ। ਜਪਣ ਤੋਂ ਬਾਅਦ ਮਨ ਚਿੱਤ ਇੱਕ ਹੋ ਜਾਣ, ਉਹ ਧਿਆਨ ਦੀ ਅਵਸਥਾ ਹੋ ਜਾਂਦੀ ਹੈ। ਜਨ ਨਾਨਕ ਨਾਮ ਧਿਆਇਆ, ਡੈਫੀਨੇਸ਼ਨਾਂ ਬਣ ਰਹੀਆਂ, ਇਕੁਏਸ਼ਨਾਂ ਬਣਨੀਆਂ, ਸਾਰੀ ਬਾਣੀ 'ਚ ਉਹ ਚੱਲਣਗੀਆਂ। ਇਹ ਹੈ ਥੰਮ ਰੂਲ ਭਈ ਧਿਆਉਣਾ ਕਿੱਦਾਂ ਬਣੇ। ਕਾਨੜੇ ਦੀ ਵਾਰ 'ਚ ਇਹੋ ਮਹੱਲਾ ਲਿਖ ਰਿਹਾ, ਜਨ ਨਾਨਕ ਨਾਮ ਧਿਆਇਆ, ਗੁਰ ਬਚਨੇ ਜਪਿਓ ਮਨੇ ਚੀਤੇ। ਗੁਰੂ ਦਾ ਬਚਨ ਜਿਹੜਾ ਗੁਰਮੰਤਰ ਸੀ ਉਹ ਲੈ ਕੇ ਮੈਂ ਮਨ ਚਿੱਤ ਲਾ ਕੇ ਉਹਨੂੰ ਜਪਿਆ। ਚਿੱਤ ਹੈ ਮਨ ਦੀਆਂ ਵੇਵਸ, ਅੰਦਰਲੀਆਂ ਲਹਿਰਾਂ। ਮਨ ਬਹੁਤ ਵੱਡੀ ਚੀਜ਼ ਹੈ, ਸਮੁੰਦਰ ਹੈ। ਔਰ ਮਨ ਦੇ ਵਿੱਚ ਜਿਹੜੀਆਂ ਲਹਿਰਾਂ ਉੱਠਦੀਆਂ ਉਹ ਚਿੱਤ ਹੈ। ਇਸ ਕਰਕੇ ਉਹ ਵਿਚਾਰ ਨੇ, ਉਹ ਸਾਡੇ ਫੁਰਨੇ ਉੱਠਦੇ ਹੈ। ਜਦੋਂ ਇਹ ਸਾਰੀਆਂ ਚੀਜ਼ਾਂ ਬੰਦ ਹੋ ਜਾਂਦੀਆਂ ਮਨ ਬੈਠ ਜਾਂਦਾ। ਤੋ ਮਨ ਚਿੱਤ ਇੱਕ ਕਰਨ ਦਾ ਮਤਲਬ ਹੈ ਵੀ ਮਨ ਲਾ ਕੇ ਨਾਮ ਜਪਣਾ। ਔਰ ਕੋਈ ਖਿਆਲ, ਕੋਈ ਲਹਿਰ, ਕੋਈ ਫੁਰਨਾ ਬਾਹਰ ਨਾ ਜਾਏ। ਸ਼ਾਂਤੀ ਇਕਾਂਤ ਹੋ ਕੇ ਉਹਨੂੰ ਚਿੱਤ ਕਹਿੰਦੇ। ਇਸ ਕਰਕੇ ਜਨ ਨਾਨਕ ਨਾਮ ਧਿਆਇਆ,
ਗੁਰੂ ਰਾਮਦਾਸ ਸਾਹਿਬ ਕਹਿੰਦੇ ਮੈਂ ਨਹੀਂ, ਸਭ ਵਡਿਆਈ ਉਸ ਨਾਨਕ ਜੋਤ ਨੂੰ ਦਿੱਤੀ ਹੈ। ਜਾਨ ਆ ਉਹ ਵੀ ਮਹਾਂਪੁਰਖ ਨੇ ਲਿਖਿਆ, ਜਨ ਨਾਨਕ ਨਾਮ ਤੇ ਆਇਆ ਗੁਰ ਬਚਨੇ, ਗੁਰੂ ਦੇ ਗੁਰਮੰਤਰ ਨਾਲ ਗੁਰ ਬਚਨੇ ਜਪਿਓ ਮਨੇ ਚੀਤੇ ਆ ਧਿਆਉਣਾ ਹੋ ਗਿਆ। ਔਰ ਇਹ ਜਪਣ ਨਾਲ ਉੱਤੀ ਅਵਸਥਾ ਹੈ, ਇਹਦੇ ਵਿੱਚ ਜਮ ਲਾਗੇ ਨਹੀਂ ਆ ਸਕਦਾ ਮਰਨ ਵੇਲੇ, ਜਿਹਦੀ ਧਿਆਨ ਦੀ ਅਵਸਥਾ ਹੁੰਦੀ ਹੈ। ਜਪਣ ਵਾਲੇ ਦੇ ਕੋਲ ਆਉਂਦੇ ਆ ਪਰ ਉਹਨੂੰ ਬੜੀ ਇੱਜ਼ਤ ਨਾਲ ਗਾਹ ਲਿਜਾਂਦੇ ਆ, ਉਹਦੀ ਹਲੀ ਕਮਾਈ ਘੱਟ ਹੈ। ਇਹ ਸਾਰਾ ਬਾਣੀ ਦੇ ਵਿੱਚ ਰੂਲ ਲਿਖੇ ਹੈ। ਇਸ ਕਰਕੇ ਰਹਾਉ ਦੀ ਤੁਕ ਧਿਆਨ ਨਾਲ ਦੇਖਣੀ ਹੈ, ਜਪਣ ਤੇ ਹੈ ਕਿ ਧਿਆਨ ਤੇ ਹੈ। ਧਿਆਉਣਾ ਜਦੋਂ ਹੋ ਜਾਂਦਾ ਅੰਦਰ ਉਹ ਸਤ ਸੰਗਤ ਦੀ ਸਟੇਜ ਮਿਲ ਜਾਂਦੀ ਔਰ ਮਨ ਬੈਠਾ ਹੁੰਦਾ, ਸਮਾਧੀ ਲੱਗ ਜਾਂਦੀ। ਆ ਰਹਾਉ ਦੀ ਤੁਕ ਹੈ ਗੋਬਿੰਦ ਜੀਓ, ਗੋਬਿੰਦ ਜੀਓ, ਸਤ ਸੰਗ ਤੇ ਮੇਲੇ ਹਰ ਪਿਆਰੇ, ਸਤ ਸੰਗ ਤੇ ਮੇਲੇ ਹਰ ਪਿਆਰੇ। ਹਉਮੈ ਰੋਗ ਗਿਆ ਸੁਖ ਪਾਇਆ, ਹਉਮੈ ਰੋਗ ਗਿਆ ਸੁਖ ਪਾਇਆ, ਹਰ ਸਹਿਜੇ ਸਮਾਧੇ ਲਗਾਇਆ, ਹਰ ਸਹਿਜੇ ਸਮਾਧੇ ਲਗਾਇਆ, ਹਰ ਸਹਿਜੇ ਸਮਾਧੇ ਲਗਾਇਆ। ਰਹਾਉ ਬੋਲਣਾ ਚਾਹੀਦਾ ਹੈ ਤਾਂ ਕਿ ਸਰੋਤਿਆਂ ਤੱਕ, ਜਿਨ੍ਹਾਂ ਦੇ ਹੱਥਾਂ 'ਚ ਸ਼ਬਦ ਨਹੀਂ ਹੈ ਉੱਦਾਂ ਸੁਣ ਰਹੇ ਨੇ, ਰਹਾਉ ਉਹਨਾਂ ਤੱਕ ਪਹੁੰਚ ਸਕੇ ਵੀ ਸਾਰੀ ਸੰਗਤ ਨਾਲ ਐਸ ਐਕਸਲ ਦੇ ਦੁਆਲੇ ਸ਼ਬਦ ਦਾ ਪਹੀਆ ਪਵਾਉਣਾ ਹੈ। ਤੋ ਗੋਬਿੰਦ ਜੀਓ, ਗੋਬਿੰਦ ਜੀਓ, ਸਤ ਸੰਗ ਤੇ ਮੇਲੇ ਹਰ ਪਿਆਰੇ, ਸਤ ਸੰਗ ਤੇ ਮੇਲੇ ਹਰ ਪਿਆਰੇ। ਹਉਮੈ ਰੋਗ ਗਿਆ ਸੁਖ ਪਾਇਆ, ਹਉਮੈ ਰੋਗ ਗਿਆ ਸੁਖ ਪਾਇਆ, ਹਰ ਸਹਿਜੇ ਸਮਾਧੇ ਲਗਾਇਆ, ਹਰ ਸਹਿਜੇ ਸਮਾਧੇ ਲਗਾਇਆ, ਹਰ ਸਹਿਜੇ ਸਮਾਧੇ ਲਗਾਇਆ। ਸਾਡੀ ਅਵਸਥਾ ਕਿਉਂ ਨਹੀਂ ਹੁੰਦੀ? ਇਹੋ ਹੀ ਪ੍ਰੋਬਲਮ ਇਹ ਸ਼ਬਦ ਹੱਲ ਕਰਦਾ ਹੈ। ਔਰ ਇੱਥੋਂ ਸ਼ੁਰੂ ਕਰਦਾ ਹੈ ਸ਼ਬਦ ਵੀ ਇਹ ਤੇ ਖਿੰਨ ਖਿੰਨ ਮਾਇਆ ਦੇ ਵਿੱਚ ਬਾਹਰ ਜਾਂਦਾ ਹੈ, ਮਨ ਮਾਇਆ 'ਚ ਬਾਹਰ ਜਾਂਦਾ ਹੈ, ਜਿਹਨੂੰ ਹਉਮੈ ਕਿਹਾ ਹੈ। ਮਾਇਆ ਐਸੀ ਵੱਡੀ ਚੀਜ਼ ਹੈ, ਉਹਦੇ ਵਿੱਚ ਹੀ ਬਾਹਰ ਜਾਂਦਾ ਹੈ। ਇਹਨੂੰ ਬਾਹਰ ਜ਼ਿਆਦਾ ਸੁਖ ਮਾਣਦਾ ਮਾਇਆ 'ਚ। ਹਲੀ ਨੂੰ ਨਾਮ, ਇਹ ਸਾਰੀਆਂ ਚੀਜ਼ਾਂ ਅਸੀਂ ਸਾਰੇ ਹੀ ਸਾਕਤ ਹੈ। ਸਾਕਤ ਕੀ ਬਿਦ ਨੈਣੋ ਡੀਠੀ, ਅੰਮ੍ਰਿਤ ਕੌੜਾ ਵਿਖਿਆ ਮੀਠੀ। ਇਹਨੂੰ ਬਾਕੀ ਕੰਮ ਸਾਰੇ ਹਲੀ ਮਾਇਆ ਦੇ ਮਿੱਠੇ ਲੱਗਦੇ ਆ, ਪਰ ਮੁਖ ਮੀਠੀ ਖਾਏ ਕੌੜਾ ਹੈ। ਇਹ ਮਾਇਆ ਐਸੀ ਹੈ, ਮੂੰਹ 'ਚ ਮਿੱਠਾ ਪਾ ਤੁਹਾਨੂੰ ਬੜੀ ਚੰਗੀ ਲੱਗੂਗੀ ਇਹ ਭੋਗਣੀ ਮਾਇਆ, ਪਰ ਬਾਅਦ 'ਚ ਕੌੜਾ ਸਵਾਦ ਆਊਗਾ। ਇਸ ਕਰਕੇ ਇਹ ਐਸੀ ਹੈ, ਇਹਦੇ ਵਿੱਚ ਮਾਇਆ 'ਚ ਬਾਹਰ ਜਾਂਦਾ ਔਰ ਖਿੰਨ ਖਿੰਨ ਜਾਂਦਾ ਹੈ। ਇੱਕ ਤਿਲ ਨਹੀਂ ਅੰਦਰ ਨਹੀਂ ਟਿਕਦਾ। ਸਾਡੀ ਸਾਰਿਆਂ ਦੀ ਅਵਸਥਾ ਇੱਥੋਂ ਸ਼ੁਰੂ ਕੀਤੀ ਮਹਾਰਾਜ ਨੇ। ਮਨ ਖਿੰਨ ਖਿੰਨ ਭਰਮੇ ਭਰਮੇ ਬਹੁ ਭਾਵੈ, ਮਨ ਖਿੰਨ ਖਿੰਨ ਭਰਮੇ। ਭਰਮ ਵੀ ਮਾਇਆ ਦਾ ਹੀ ਨਾਂ ਹੈ, ਧੋਖਾ ਵੀ ਮਾਇਆ ਦਾ ਹੀ ਨਾਂ ਹੈ। ਮਨ ਖਿੰਨ ਖਿੰਨ ਭਰਮੇ ਭਰਮੇ ਬਹੁ ਭਾਵੈ, ਦਿਲ ਘਰੇ ਨਹੀਂ ਵਾਸਾ ਪਾਇਆ। ਜਿੱਥੇ ਵੀ ਬਾਣੀ 'ਚ ਘਰ ਘਾਟ ਆ ਜਾਏ, ਉਹ ਬੌਡੀ ਹੈ, ਜਿਸਮ ਹੈ। ਦਿਲ ਘਰੇ ਨਹੀਂ ਵਾਸਾ ਪਾਇਆ, ਦਿਲ ਘਰੇ ਨਹੀਂ ਵਾਸਾ ਪਾਇਆ, ਦਿਲ ਘਰੇ
ਜਿਹੜੀ ਅੰਦਰ ਪਾਵਰ, ਉਹ ਤਾਕਤ, ਉਹ ਗੁਰੂ ਅੰਦਰ ਆਉਣਾ ਹੈ। ਜਿਹਦੀ ਦੇਹ ਨਹੀਂ ਹੈ ਉਹਦੇ ਕੋਲ ਇੱਕ ਅੰਕਸ ਹੈ। ਗੁਰੂ ਨੇ ਅੰਕਸ ਹਾਥੀ ਦੇ ਸਿਰ ਤੇ ਮਾਰਦੇ ਹੈ, ਔਰ ਲੋਹੇ ਦਾ, ਤਾਂ ਹਾਥੀ ਦਾ ਜਿਸਮ ਤੁਰਦਾ ਹੈਗਾ। ਮਾੜੇ ਮੋਟੇ ਸੋਟੇ ਨੂੰ ਨਹੀਂ ਹਾਥੀ ਮੰਨਦਾ। ਉਹਦਾ ਜਿਹੜਾ ਰੱਖਣ ਵਾਲਾ ਡਰਾਈਵਰ ਉੱਤੇ ਬੈਠਾ ਹੁੰਦਾ, ਉਹਦੇ ਸਿਰ 'ਚ ਸੂਆ ਮਾਰਦਾ ਲੋਹੇ ਦਾ, ਉਹ ਫਿਰ ਉਹਦੇ ਥੋੜ੍ਹੀ ਜਿਹੀ ਦਰਦ ਹੁੰਦੀ, ਫਿਰ ਉਹ ਤੁਰਦਾ। ਉਹਨੂੰ ਅੰਕਸ ਬਾਣੀ 'ਚ ਕਿਹਾ ਹੈ। ਮੇਰੇ ਗੁਰੂ ਨਾਲ ਸ਼ਬਦ ਦਾ ਅੰਕਸ ਮਾਰਿਆ, ਜਿਹੜਾ ਅਸੀਂ ਜਪਦੇ ਹਾਂ। ਕਿਸੇ ਵੇਲੇ ਇਹੋ ਹੀ ਸ਼ਬਦ ਐਸਾ ਅੰਕਸ ਸਾਡੇ ਵੱਜਣਾ ਹੈ ਵੀ ਸਾਡਾ ਮਨ ਖੜਾ ਹੋ ਜਾਣਾ, ਅੰਦਰ ਰਹਿ ਜਾਣਾ ਹੈ। ਉਹ ਜਿਹੜਾ ਅੰਕਸ ਮਾਰਨਾ, ਉਹ ਗੁਰੂ ਨੇ ਮਾਰਨਾ ਹੈ। ਉਹੀ ਉਹਦਾ ਗੁਰ ਪ੍ਰਸਾਦ ਕਿਹਾ ਹੈ। ਗੁਰ ਪ੍ਰਸਾਦੇ ਮੇਰਾ ਮਨ ਭੀਜੈ, ਇਹਾ ਸੇਵ ਬਣੀ ਜਿਓ। ਫਿਰ ਉਹ ਭਿੱਜੇ ਮਨ ਨਾਲ ਗੁਰੂ ਅੰਕਸ ਮਾਰਦਾ ਹੈ, ਉਹ ਸ਼ਬਦ ਦਾ ਹੈ, ਔਰ ਨਾਲ ਹੀ ਥੋੜ੍ਹਾ ਜਿਹਾ ਇੱਕ ਪੈਗ ਸ਼ਰਾਬ ਦਾ ਵੀ ਦਿੰਦਾ ਹੈ ਮਨ ਨੂੰ। ਉਹ ਹੈ ਦਾਰੂ। ਐਸਾ ਸ਼ਬਦ ਦੀ ਕਲਾ ਵਰਤਦੀ ਹੈ। ਉਧਰ ਅੰਕਸ ਵੱਜਦਾ ਹੈ, ਉਧਰ ਦਾਰੂ ਮਿਲਦਾ ਹੈ। ਮਨ ਫਿਰ ਆਰਾਮ ਨਾਲ ਮਸਤੀ 'ਚ ਅੰਦਰ ਟਿਕ ਜਾਂਦਾ ਹੈ। ਤੇ ਉਹ ਮਹਾਰਾਜ ਨੇ ਅਵਸਥਾ ਲਿਖੀ ਹੈ ਵੀ ਬਾਹਰ ਦੇ ਝੂਠੇ ਅਮਲ ਨਾ ਪੀ, ਐਸਾ ਲਾ ਗੁਰੇ ਅੰਕਸ ਸ਼ਬਦ ਦਾਰੂ ਸਿਰੇ ਧਾਰਿਆ। ਸਿਰ ਹੈ ਅੰਕਸ, ਸਿਰ 'ਚ ਵੱਜਦਾ ਹੈ। ਗੁਰੇ ਅੰਕਸ ਸ਼ਬਦ ਦਾਰੂ ਸਿਰੇ ਧਾਰਿਆ, ਗੁਰੇ ਅੰਕਸ ਸ਼ਬਦ। ਆਪ ਹੈ ਬਿਆਸੀ ਨਾ ਕਾਹਲੀ ਨਹੀਂ ਕਰਨੀ, ਧੀਰਜ ਨਾ ਜਪੀ ਜਾਣਾ, ਉਹਨੇ ਮਾਰਨਾ ਅੰਕਸ। ਬੜਾ ਪੈਂਡਾ ਸਹਿਜ ਦਾ ਹੈ, ਉਹਦੀ ਆਪੇ ਅਵਸਥਾ ਆ ਜਾਣੀ ਹੈ। ਉਹਨੇ ਆਪੇ ਅੰਕਸ ਮਾਰ ਦੇਣਾ। ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਦੋਂ ਮਾਰਨਾ, ਕਿਸ ਤਰ੍ਹਾਂ ਮਾਰਨਾ, ਕਿੰਨਾ ਕੁ ਮਾਰਨਾ ਹੈ, ਕਿੰਨਾ ਕੁ ਦਾਰੂ ਪਿਲਾਉਣਾ ਹੈ। ਇਹ ਸਾਰੀਆਂ ਚੀਜ਼ਾਂ ਉਹਦੇ ਹੱਥ 'ਚ ਹੈ। ਇਸ ਕਰਕੇ ਗੁਰੇ ਅੰਕਸ ਸ਼ਬਦ ਦਾਰੂ ਸਿਰੇ ਧਾਰਿਓ, ਗੁਰੇ ਅੰਕਸ ਸ਼ਬਦ ਦਾਰੂ ਸਿਰੇ ਧਾਰਿਓ। ਘਰ ਮੰਦਰੇ ਆਣ ਆ ਵਸ ਗਏ ਅੰਦਰ, ਜਿਸਮ ਦੇ ਮੰਦਰ ਹੀ ਮਨ ਖੜਾ ਹੋ ਗਿਆ। ਘਰ ਮੰਦਰੇ ਆਣ ਘਰ ਮੰਦਰੇ ਆਣ ਵਸਾਇਆ, ਘਰ ਮੰਦਰੇ ਆਣ ਆ ਕੀ ਹੋ ਗਿਆ? ਮੇਰਾ ਮੰਦਰ ਤੇ ਸਤ ਸੰਗਤ ਬਣ ਗਈ। ਅੰਦਰ ਹੋਰ ਸਤ ਦੀ ਸੰਗਤ ਮੈਨੂੰ ਮਿਲ ਗਈ, ਔਰ ਇਹ ਤੁਕਾਨਾ ਰਹਾਉ 'ਚ ਸਮਾ ਜਾਣਾ। ਡੜਿਆ ਕੇ ਮੂੰਹੋਂ ਨਿਕਲਿਆ ਬਿਆਸੀ ਦੇ ਗੋਬਿੰਦ ਜੀਓ, ਗੋਬਿੰਦ ਜੀਓ। ਸਤ ਸੰਗ ਤੇ ਮੇਲੇ ਹਰ ਧਿਆਇਆ, ਸਤ ਸੰਗ ਤੇ ਮੇਲੇ ਹਰ ਧਿਆਇਆ। ਸਾਰੇ ਸ਼ਬਦ ਕੀ ਨੇ? ਐਕਸਪੈਰੀਮੈਂਟ ਵਿਦ ਦ ਟਰੁਥ। ਇਹ ਜਿਹੜੀ ਸੱਚਾਈ ਹੈ ਅੰਦਰ, ਜੇ ਤੇ ਯਕੀਨ ਨਹੀਂ ਆਉਂਦਾ ਬਾਹਰਲੇ ਅਭਿਆਸੀ ਨੂੰ ਵੀ ਅੰਦਰ ਨਹੀਂ ਜਿੰਚ ਕਰ ਵੜਦਾ, ਇਹ ਐਕਸਪੈਰੀਮੈਂਟਸ ਵਿਦ ਟਰੁਥ ਹੈ। ਸੱਚਾਈ ਨਾਲ ਤਜਰਬੇ ਗੁਰੂਆਂ ਨੇ ਆਪਣੇ ਦੱਸੇ ਹੈ, ਜਿਹੜੇ ਸੱਚਾ ਹੀ ਸੱਚ ਹੈ। ਤੋ ਇਸ ਤਰ੍ਹਾਂ ਮੇਰਾ ਮਨ ਖਿੰਨ ਖਿੰਨ ਭਰਮਦਾ ਸੀ, ਅੰਦਰ ਨਹੀਂ ਸੀ ਬੈਠਦਾ। ਮੈਂ ਬੜਾ ਦੁਖੀ ਸੀ ਕਿ ਕਦੀ ਮੇਰੀ ਵੀ ਸਮਾਧ ਲੱਗ ਜਾਏਗੀ। ਤੋ ਉਸ ਗੁਰੂ ਨੇ ਮੇਰੇ ਤੇ ਮਿਹਰ ਕਰਕੇ ਸ਼ਬਦ ਦਾ ਅੰਕ ਸਿਰ ਤੇ ਔਰ ਥੋੜ੍ਹਾ ਜਿਹਾ ਦਾਰੂ ਪਿਲਾਇਆ, ਔਰ ਇਸ ਅੰਦਰ ਹੀ ਮੇਰੇ ਸਮਾਧ ਲੱਗ ਗਈ। ਔਰ ਸਤ ਸੰਗਤ ਲਈ ਰਹਾਓ ਦੇ ਵਿੱਚ ਤੁਕਾਂ ਆਪਣੇ ਆਪ ਰਹਾਓ ਮੂੰਹੋਂ ਨਿਕਲੇਗਾ। ਇਹ ਕਿੰਨ ਕੰਮ ਕੀਤਾ? ਗੋਬਿੰਦ ਜੀ, ਗੋਬਿੰਦ ਜੀਓ। ਸਤ ਸੰਗ ਤੇ ਮੇਲੇ ਸਤ ਸੰਗ ਤੇ ਮੇਲੇ ਹਰ ਧਿਆਇਆ। ਹਉ ਮੈਂ ਰੋਗ ਗਿਆ ਸੁਖ ਪਾਇਆ, ਹਉ ਮੈਂ ਰੋਗ ਗਿਆ ਸੁਖ ਪਾਇਆ। ਹਰ ਸਹਿਜੇ ਸਮਾਧੇ ਲਗਾਇਆ, ਹਰ ਸਹਿਜੇ ਸਮਾਧੇ ਲਗਾਇਆ, ਹਰ
ਤੋਂ ਬਾਅਦ ਪਹਿਲੀ ਸਟੇਜ ਤੋਂ ਕੰਮ ਸ਼ੁਰੂ ਹੋਣ ਲੱਗਾ ਹੈ। ਕਹਿੰਦੇ ਮੇਰੇ ਅੰਦਰ ਹੀ ਲਾਲਾਂ, ਰਤਨ, ਹੀਰਿਆਂ, ਡਾਇਮੰਡਸ ਦੀ ਭਰੀ ਕੋਠੜੀ ਸੀ ਔਰ ਚਮਕਾਂ ਮਾਰ ਰਹੇ ਸੀ ਅੰਦਰ। ਪਰ ਮੈਂ ਅੱਖਾਂ ਬੰਦ ਕਰਦਾ ਸੀ ਤੇ ਘੁੱਗੂ ਘੂ ਹਨੇਰਾ ਕੋਪ ਮਾਂ ਅੰधी ਕੋਠੀ ਤੇਰਾ ਨਾਮ ਨਹੀਂ। ਗੁਰੂ ਬਾਬਾ ਨਾਨਕ ਕਹਿੰਦਾ ਮੈਨੂੰ ਕੱਖ ਨਹੀਂ ਸੀ ਅੰਦਰ, ਨਾ ਸਵਾਦ ਆਉਂਦਾ ਸੀ ਨਾ ਕੁਛ। ਲੇਕਿਨ ਉਹ ਜਿਹੜੀ ਅੰਦਰ ਲਾਲਾਂ ਦੀ ਕੋਠੜੀ ਹੈ ਉਹ ਮੈਂ ਨਹੀਂ ਸੀ ਲੱਭ ਸਕਦਾ। ਮੇਰੇ ਗੁਰੂ ਨਾ ਅੰਦਰ ਵੱਲ ਨੇ ਮੇਰੀ ਬਿਰਤੀ ਮੋੜ ਕੇ ਔਰ ਅੰਦਰ ਵੜਨਾ ਸਿਖਾਇਆ ਔਰ ਸ਼ਬਦਾਂ ਨਾਲ ਸਾਰਿਆਂ ਨਾਲ ਬਾਰ ਬਾਰ ਹਰ ਸ਼ਬਦ 'ਚ ਇਹੋ ਵੀ ਤੇਰੇ ਅੰਦਰ ਹੈ ਸਭ ਕੁਛ। ਔਰ ਉਹ ਮੈਨੂੰ ਮੈਂ ਉਹ ਲੱਭ ਨਹੀਂ ਸੀ ਕੋਠੜੀ ਸਕਦਾ ਵੀ ਕਿੱਥੇ ਕਾ ਉਹਨੇ ਅੰਦਰ ਉਹ ਕੋਠੜੀ ਖੋਲ੍ਹ ਦਿੱਤੀ। ਇਹ ਇਸ ਤਰ੍ਹਾਂ ਹੈ ਅਗਲਾ ਉਦਾਹਰਨ ਜਿੱਥੇ ਅਸੀਂ ਪਿਛਲਾ ਸ਼ਬਦ ਚੱਲਦਾ ਛੱਡਿਆ ਸੀ ਵੀ ਅੰਦਰਲਾ ਸਤਿਗੁਰੂ ਜਦੋਂ ਆਉਂਦਾ ਹੈ ਉਹ ਆਹ ਕੰਮ ਕਰਦਾ ਹੈ। ਪਿੰਡੀ ਥਾਈਂ ਟੱਪ ਮਾਰਦੇ ਨੇ ਜ਼ਮੀਨ ਦੇ ਉੱਤੇ, ਖੂਹ ਪੱਟਣ ਲੱਗੇ ਸਾਰੇ ਪਿੰਡ ਵਾਲੇ ਇਕੱਠੇ ਹੋ ਕੇ ਵੀ ਇੱਥੋਂ ਮਿੱਠਾ ਪਾਣੀ ਨਿਕਲੂਗਾ ਪੀਣ ਵਾਲਾ। ਉਹ ਜਦੋਂ ਖੂਹ ਪੱਟਦੇ ਹੈ ਉੱਥੋਂ ਖਾਰਾ ਪਾਣੀ ਥੱਲਿਓਂ ਨਿਕਲਦਾ। ਉਹ ਫਿਰ ਇੱਕ ਖਾਸ ਬੰਦਾ ਜਿਹੜਾ ਬੜਾ ਟ੍ਰੇਨਡ ਹੁੰਦਾ ਇਸ ਕੰਮ 'ਚ, ਉਹ ਕਹਿੰਦੇ ਫਲਾਨੋ ਪਿੰਡੋਂ ਯਾਰ ਉਹਨੂੰ ਬੁਲਾਈਏ, ਉਹ ਖੂਹ ਦਾ ਟੱਪ ਲਵਾਏ, ਉਹ ਮਿੱਠੇ ਥਾਂ ਲਵਾਉਂਦਾ ਹੁੰਦਾ। ਉਹ ਬੰਦਾ ਐਡਾ ਕਾਰੀਗਰ ਹੁੰਦਾ, ਉਹਨੂੰ ਪਤਾ ਹੁੰਦਾ ਵੀ ਕਿੱਥੇ ਜ਼ਮੀਨ ਦੇ ਵਿੱਚ ਕਿੱਥੇ ਥਾਂ ਗੋਝ ਥਾਂ ਉਹ ਮਿੱਠਾ ਪਾਣੀ ਨਿਕਲੇਗਾ। ਉਹ ਫਿਰ ਆਣ ਕੇ ਟੱਪ ਲਵਾਉਂਦਾ, ਉਹਨੂੰ ਟੋਂਬਾ ਜਾਂ ਕਈ ਲਫ਼ਜ਼ ਆ ਉਹਦੇ ਲਈ। ਉਹ ਫਿਰ ਆਣ ਕੇ ਤੇ ਪਿੰਡ ਵਾਲੇ ਉਹਦਾ ਆਖਾ ਮੰਨ ਕੇ ਉੱਥੇ ਖੂਹ ਪੱਟ ਕੇ ਥੱਲੇ ਜਾਂਦੇ, ਉੱਥੋਂ ਮਿੱਠਾ ਪਾਣੀ ਨਿਕਲਦਾ। ਐਦਾਂ ਜਿਹੜਾ ਰੱਬ ਆ ਉਸ ਟੋਂਬੇ ਵਾਲਾ ਕੰਮ ਕਰਦਾ ਸਤਿਗੁਰੂ ਅੰਦਰ ਆਣ ਕੇ। ਉਹ ਤੁਹਾਨੂੰ ਲੁਭਾਊਗਾ ਇਹ ਲਾਲਾਂ ਦੀ ਕੋਠੜੀ। ਪਰ ਘਰੇ ਰਤਨ ਸੀ, ਲਾਲ ਸੀ, ਮੈਂ ਬਾਹਰ ਭਾਲਦਾ ਫਿਰਦਾ ਸੀ। ਮਾਇਆ 'ਚ ਮੈਂ ਬਾਹਰ ਰਹਿੰਦਾ ਸੀ, ਇਸ ਕਰਕੇ ਮੈਂ ਇਹਨਾਂ ਨੂੰ ਫੜ ਨਹੀਂ ਸਕਿਆ। ਘਰੇ ਰਤਨ ਲਾਲ ਬਹੁ ਮਾਣਕ ਲਾਦੇ, ਘਰੇ ਰਤਨ ਬਹੁ ਮਾਣਕ, ਹੇ ਘਰੇ ਰਤਨ ਲਾਲ ਬਹੁ ਮਾਣਕ ਲਾਦੇ, ਮਨ ਭਰਮਿਆ ਲਹਿ ਨਾ ਸਕਾਏ। ਇਹ ਮਨ ਮਾਇਆ 'ਚ ਸੀ, ਮਨ ਭਰਮਿਆ ਲਹਿ ਨਾ ਸਕਾਏ, ਮਨ ਭਰਮੇ ਲਹਿ ਸਕਾਏ, ਮਨ ਭਰਮਿਆ ਲਹਿ ਨਾ ਸਕਾਏ, ਮਨ ਭਰਮਿਆ ਲਹਿ। ਉਸ ਕਾਰੀਗਰ ਨੂੰ, ਉਸ ਖੂਹ ਕਢਾਉਣ ਵਾਲੇ ਨੂੰ ਉਡਾ ਕਿਹਾ ਮਹਾਰਾਜ ਨੇ। ਉਡਾ ਕੂਪ ਮੈਨੇ ਖੂਹ, ਜਿਉਂ ਉਡਾ ਕੂਪ ਗੋਹਜ ਖਿਨ ਕਾਟੈ, ਜਿਉਂ ਉਡਾ ਕੂਪ ਗੋਹਜ ਖਿਨ ਕਾਟੈ। ਲੁਕਿਆ ਪਿਆ ਗੋਜ ਸੀ ਅੰਦਰ ਖੂਹ, ਉਡਾ ਉਹਦਾ ਨਾਂ ਲਿਖਿਆ, ਜਿਉਂ ਉਡਾ ਕੂਪ ਗੋਹਜ ਖਿਨ ਕਾਟੈ। ਆ ਪਰਸਨੈਲਿਟੀ ਉਹ ਸਤਿਗੁਰ ਹੈ ਜਿਹਨੂੰ ਅਸੀਂ ਲੱਭੀ ਆ ਰਹੇ ਹਾਂ। ਉਹ ਬੰਦਾ ਨਹੀਂ ਹੈ, ਇਨਸਾਨ ਨਹੀਂ ਹੈ। ਉਹ ਪਾਵਰ ਸਾਰਿਆਂ ਦੇ ਅੰਦਰ ਭਗਤਾਂ ਦੀ ਜਦੋਂ ਆਈ ਤਾਂ ਅੰਦਰ ਸਭ ਕੁਛ ਆ ਚੀਜ਼ ਮਿਲੀ। ਜਿਉਂ ਉਡਾ ਕੂਪ ਗੋਹਜ ਖਿਨ ਕਾਟੈ, ਜਿਉਂ ਉਡਾ ਕੂਪ ਗੋਹਜ ਖਿਨ ਕਾਟੈ, ਤਿਉ ਸਤਿਗੁਰੇ ਵਸਤ ਲਾਇਆ। ਆ ਸਤਿਗੁਰ ਆ ਗਿਆ, ਇਹ ਬੋਡੀ ਨਹੀਂ ਹੈ, ਇਹ ਬਾਹਰ ਦਾ ਸਾਧ ਸੰਤ ਨਹੀਂ ਕੰਮ ਕਰ ਸਕਦਾ। ਇਹੋ ਸਤਿਗੁਰ ਮੇਰਾ ਸਦਾ ਸਦਾ ਜਿਹੜਾ ਹੈ ਉਹ ਕੰਮ ਕਰੇਗਾ ਆਣ ਕੇ। ਜਿਉਂ ਉਡਾ ਗੋਹਜ ਖਿਨ ਕਾਟੈ, ਖਿਨ ਇੱਕ ਸੈਕਿੰਡ 'ਚ ਤੇਰੀ ਅੰਦਰਲੀ ਦਸ਼ਾ ਬਦਲ ਜਾਣੀ ਹੈ। ਗੋਡਾ ਗੋਹਜ ਖਿਨ ਕਾਟੈ, ਜਿਉਂ ਉਡਾ। ਅਸੀਂ ਹੱਥ ਜੋੜ ਕੇ ਬਾਰ ਬਾਰ ਕੌਮ ਅੱਗੇ ਬੇਨਤੀ ਕਰਦੇ ਹਾਂ, ਖੰਡ ਪਾਠ ਕਰਨਾ ਕੋਈ ਸ਼ਬਦਾਂ ਦਾ ਮਿਲ ਜਾਊ, ਕਰੋ ਜੀ ਸਦਕੇ, ਪੜੋ ਪਰ ਰਸ ਕੇ ਪੜੋ। ਦੇਰ ਨਾ ਭੋਗ ਪਰ ਰਾਮ ਨਾ ਦੇਖੋ ਕੀ ਚੀਜ਼ਾਂ ਵਿੱਚ ਹੈ। ਥੋੜੀ ਜੀ
ਇਸ ਬੰਨੇ ਵੀ ਕੌਮ ਦੀ ਟੈਂਡੈਂਸੀ ਹੋਣੀ ਚਾਹੀਦੀ ਹੈ ਵੀ ਅਸੀਂ ਜੋ ਪਾਠ ਕਰ ਰਹੇ ਹਾਂ ਉਹਨੂੰ ਆਰਾਮ ਨਾਲ ਕਰੀਏ, ਦੇਖ ਕਦੀ ਵਿਚਾਰ ਤੇ ਲਈਏ। ਆ ਕਿਹੜੀਆਂ ਕਿਹੜੀਆਂ ਚੀਜ਼ਾਂ ਲਿਖੀਆਂ, ਜਿਉਂ ਉਡਾ ਕੂਕ ਗੋਹਜ ਖਿਨਕਾ ਗੁਰੂ ਨਾਨਕ ਨੇ ਦੱਖਣੀ ਓਂਕਾਰ ਚ ਪਹਿਲਾ ਬਾਣੀ ਦਾ ਹੁਕਮ ਦਿੱਤਾ। ਉਹ ਬਾਣੀਆਂ ਲਿਆਉਣ ਵਾਲਾ ਐਡਾ ਵੱਡਾ ਸਾਡਾ ਪਹਿਲਾ ਔਲੀਆ, ਉਹ ਕਹਿੰਦਾ ਇਹਨੂੰ ਕੀ ਕਰਨਾ ਹੈ ਬਾਣੀ ਨੂੰ। ਅਗਲੇ ਆਪਣੇ ਸਿੱਖ ਨੂੰ, ਗੁਰੂ ਅੰਗਦ ਸਾਹਿਬ ਨੂੰ ਸਮਝਾਉਂਦੇ ਹੋਣੇ ਬਾਬੇ ਲਹਿਣੇ ਨੂੰ, ਭਈ ਸਮਝੇ ਸੂਝੇ ਪੜ੍ਹੇ ਪੜ੍ਹੇ ਬੂਝੇ ਬਾਰ ਬਾਰ ਪੜ੍ਹ। ਬੇਸ਼ੱਕ ਪਾਠ ਕਰ ਇਹਦੇ ਬਾਰ ਬਾਰ ਨੂੰ ਬਾਣੀ ਨੂੰ ਪੜ੍ਹੀ ਚੱਲ, ਦੇਖੀ, ਪਰ ਐਸ ਮੈਯਰਿੰਗ ਸਟਿਕ ਨਾ ਪੜ੍ਹ। ਸਮਝੇ ਸੂਝੇ ਪੜ੍ਹੇ ਪੜ੍ਹੇ ਬੂਝੇ, ਔਰ ਤੈਨੂੰ ਬਾਹਰ ਨਹੀਂ ਮਿਲਣਾ, ਤੈਨੂੰ ਅੰਦਰ ਦੇ ਅੰਦਰ ਮਿਲਣਾ। ਇਸ ਕਰਕੇ ਆਹ ਲਫ਼ਜ਼ ਅੱਗੇ ਲਿਖੇ ਆ, ਸਮਝੇ ਸੂਝੇ ਪੜ੍ਹੇ ਪੜ੍ਹੇ ਬੂਝੇ ਅੰਤ ਨਿਰੰਤਰੇ ਸਾਚਾ। ਅੰਦਰ ਦੇ ਅੰਦਰ ਉਹ ਸਾਚਾ ਬੈਠਾ, ਔਰ ਅੰਦਰ ਦੇ ਅੰਦਰ ਆਹ ਚੀਜ਼ਾਂ ਮਿਲਣੀਆਂ। ਘਰੇ ਰਤਨ ਮਾਣਕ ਲਾ, ਇਹ ਘਰੇ ਰਤਨ ਮਾਣਕ ਲਾ, ਇਹ ਘਰੇ ਰਤਨ ਲਾਲ ਬਹੁ ਮਾਣਕ ਲਾ। ਮਨ ਭਰਮਿਆ ਲਹਿ ਨਾ ਸਕਾ। ਆਇਓ ਅਵਸਥਾ ਪਹਿਲੀ ਲਾਈਨ ਦੀ, ਮਨ ਖੇਨ ਖੇਨ ਭਰਮੇ ਭਰਮੇ ਬਹੁਤਾ। ਮਨ ਖੇਨ ਖੇਨ ਭਰਮੇ ਭਰਮੇ ਬਹੁਤਾ। ਘਰੇ ਰਤਨ ਲਾਲ ਬਹੁ ਮਾਣਕ ਲਾ। ਮਨ ਭਰਮਿਆ ਲਹਿ ਨਾ ਸਕਾ। ਮਨ ਭਰਮਿਆ ਲਹਿ ਨਾ ਸਕਾ। ਮਨ ਭਰਮਿਆ ਲਹਿ ਨਾ ਸਕਾ। ਤੇ ਜਿਉਂ ਉਡਾ ਕੂਕ ਗੋਹਜ ਖਿਨਕਾ ਹੈ। ਜਿਉਂ ਉਡਾ ਕੂਕ ਗੋਹਜ ਖਿਨਕਾ, ਤਿਉਂ ਸਤਿਗੁਰੇ ਵਸਤ ਲਹਾ। ਤਿਉਂ ਸਤਿਗੁਰੇ ਵਸਤ ਲਹਾ। ਤਿਉਂ ਸਤਿਗੁਰੇ ਵਸਤ ਲਹਾ। ਆ ਐਸਾ ਸਤਿਗੁਰ ਅਸੀਂ ਭੇਟਣਾ ਹੈ। ਬਾਹਰ ਕੋਈ ਇਨਸਾਨ ਸਤਿਗੁਰ ਨਹੀਂ ਹੈ। तो अगली आई कि जिन ऐसा सत्य, और ओनू ही साध किया है। जिन ऐसा सत्य साधना। ਹੁਣ ਬਾਹਰ ਜਿੰਨੇ ਮਰਜੀ ਬ੍ਰਹਮ ਗਿਆਨੀ, ਜਿੰਨੇ ਮਰਜੀ ਰੱਬ ਨਾਲ ਮਿਲੇ, ਜੋ ਮਰਜੀ ਕਹੀ, ਫਿਰ ਬਾਣੀ ਨਹੀਂ ਢਾਹ ਦਿੰਦੀ। ਤਦੇ ਕਿਸੇ ਨੂੰ ਕੁਛ ਮਿਲ ਨਹੀਂ ਰਿਹਾ। ਉਹ ਮਾਇਆ ਹੀ ਮਾਇਆ ਹੈ। ਬਾਣੀ ਦਾ ਸਟੈਂਡਰਡ ਦੇਖੋ, ਐਸਾ ਸਤਿਗੁਰ ਸਾਧ ਨਾਲ ਸਾਧ ਲਿਖ ਦਿੱਤਾ, ਤਦੇ ਨੂੰ ਔਂਕੜ ਦੇ ਦਿੱਤਾ। ਹੋਰ ਬਾਣੀ ਦੇ ਸ਼ਬਦ ਕੀ ਕਲੈਰੀਫਾਈ ਕਰਨ। ਇਸ ਕਰਕੇ ਬਚੀਏ, ਇਨਸਾਨ ਨਾਲ ਕੁਛ ਨਹੀਂ ਕੋਈ ਕਰ ਸਕਦਾ। ਗੁਰੂ ਡਿਆ ਡਿਆ ਕਹਿ ਰਹੇ ਹੋ ਭਾਈ, ਅਸੀਂ ਆਪਣੇ ਅੰਦਰ ਉਹ ਚੀਜ਼ ਨਾਲ ਸਾਨੂੰ ਸਭ ਕੁਝ ਕੀਤੀ। ਜਿਨ ਐਸਾ ਸਾਧਨਾ, ਜਿਨ ਐਸਾ ਸਾਧਨਾ। ਉਹਨਾਂ ਨਹਿਰਾਂ ਤੇ ਦੇਖੋ ਮਹਾਰਾਜ, ਐਸਾ ਸਖਤ ਡਿਸਿਪਲਿਨ ਹੈ। ਉਹਨਾਂ ਨੂੰ 100 ਵਾਰੀ ਫਿਟੇ ਮੂੰਹ, ਔਰ ਉਹ ਤੇ ਜੀਣ ਦੇ ਫਿਟੇ ਮੂੰਹ 100 ਵਾਰੀ। ਜਿਨ ਐਸਾ ਸਤੇ ਸਾਧਨਾ ਪਾਇਆ। ਜਿਨ ਇਸੇ ਕਰਕੇ ਜਿਹੜੀ ਸਿੱਖਾਂ ਦੀ ਸਾਰੀ ਬਾਣੀ ਐਡੇ ਐਡੇ ਵੱਡੇ, ਉਹ ਇੰਟੈਲੈਕਚੁਅਲ ਚਾਰ ਪੱਟ ਐਡੇ ਲਾਇਕ ਹਰ ਫਨ ਦੇ ਵਿੱਚ, ਔਰ ਉਹਨਾਂ ਨੂੰ ਸਾਰਾ ਪਿੰਗਲ ਕਵਿਤਾ ਸਾਰੀਆਂ ਐਸਾ ਸਾਰਾ ਹਿੰਦੁਸਤਾਨ ਫਿਰ ਬੈਠੇ ਹੋ। ਉਹ ਕਹਿੰਦੇ ਸਾਧ ਬਥੇਰੇ ਡਿੱਠੇ, ਬਾਣੀ ਚਾਹੁੰਦਾ ਬਥੇਰੇ ਸੰਤ ਦੇਖੇ। ਅੱਜ ਕੱਲ੍ਹ ਟੋਲਿਆਂ ਦੇ ਟੋਲੇ ਪੰਜਾਬ 'ਚ ਫਿਰ ਰਹੇ ਨੇ, ਤਾਂ ਅਸੀਂ ਇਹ ਪ੍ਰਕਰਮ ਬਣਾਇਆ। ਉਹਨਾਂ ਦਾ ਵੀ ਭਲਾ ਹੋ ਜੂ। ਉਹ ਵੀ ਤੁਸੀਂ ਵੀ ਜਨਮ ਸੁਧਾਰ ਕੇ ਜਾਓ, ਸਿੱਖ ਬਣੋ। ਇਸ ਕਰਕੇ ਉਹ ਚਾਰ ਪੱਟ ਕਹਿੰਦੇ ਸੰਤ ਬਥੇਰੇ ਡਿੱਠੇ, ਕਿਸੇ ਨਾ ਪਰਚੋ ਲਾਇਓ। ਪਰਚਾ ਕਹਿੰਦੇ ਮਨ ਮੇਰਾ ਪਰਚਿਆ ਨਹੀਂ ਹੈ।
ਮੇਰਾ ਮਨ ਸੈਟਿਸਫਾਈਡ ਨਹੀਂ ਹੋਇਆ। ਉਹਨਾਂ ਦਾ ਇੱਥੇ ਗੁਰੂ ਘਰ 'ਚ ਗੁਰੂ ਕਾ ਚੱਕ ਅੰਮ੍ਰਿਤਸਰ ਕਲਾਉਂਦਾ ਸੀ। ਗੁਰੂ ਕੇ ਚੱਕ 'ਚ ਆਏ ਔਰ ਉੱਥੇ ਉਹਨਾਂ ਦੀ ਅਵਸਥਾ ਦੇਖੀ, ਉਹਨਾਂ ਦਾ ਗਿਆਨ ਦੇਖਿਆ, ਕੁਰਬਾਨ ਹੋ ਗਏ। ਕਹਿੰਦੇ ਹੁਣ ਠੰਡ ਪਈ ਹੈ, ਬਸ ਹੁਣ ਇਹਨਾਂ ਲਈ ਆਪਣੀ ਕਲਮ ਬਾਵਾਂਗੇ। ਉਹਨਾਂ ਦੀ ਬਾਣੀ ਪਿੱਛੇ ਸਿੱਖਾਂ ਦੀ ਫੈਲਾਈ ਹੈ। ਇਸ ਕਰਕੇ ਉਹ ਕਹਿੰਦੇ ਸਾਧ ਬਥੇਰੇ ਡਿੱਠੇ ਕਿਸੇ ਨਾ। ਇੱਥੇ ਤੱਕ ਕਬੀਰ ਜੀ ਨੇ ਸ਼ਬਦ ਲਿਖਤੇ, ਹਰ ਕੇ ਸੰਤ ਨਾ ਆਖੀਏ ਬਾਨਾਰਸ ਕੇ ਠੱਗ। ਲੇਕਿਨ ਅਸੀਂ ਨਹੀਂ ਕਿਸੇ ਨੂੰ ਕਹਿ ਸਕਦੇ, ਕਿਉਂਕਿ ਪੰਜਾਬ 'ਚ ਚੰਗਾ ਕੰਮ ਕਰ ਰਹੇ ਨੇ, ਨਾਮ ਜਪਦੇ ਨੇ, ਪਰ ਬਾਣੀ ਦੀ ਸੋਝੀ ਨਹੀਂ ਹੈ। ਇਸ ਕਰਕੇ ਉਹ ਨਾਮ ਜਪਦੇ ਨੇ, ਜਪਾਉਂਦੇ, ਸਭ ਕੁਝ ਕਰਦੇ ਨੇ, ਦੁਨੀਆ ਨੂੰ ਚੰਗੇ ਬੰਨੇ ਲਾ ਰਹੇ ਨੇ, ਪਰ ਅਸੀਂ ਬਾਣੀ ਦਾ ਵਾਸਤਾ ਦੇ ਕੇ ਕਹਿੰਦੇ ਹਾਂ ਸਾਰੇ ਸ਼ਬਦ ਦੇ ਸਿੱਖ ਬਣੋ। ਜਿੱਦਾਂ ਸ਼ਬਦ ਕਹਿੰਦਾ ਉਹ ਸਾਰੀਆਂ ਸੰਗਤਾਂ ਤੱਕ ਪਹੁੰਚਾਓ ਇਹ ਮੈਸੇਜ ਗੁਰੂਆਂ ਦਾ, ਵੀ ਜਿਹੜੇ ਬਾਕੀਆਂ ਲਈ ਲਿਖਿਆ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਇਸ ਕਰਕੇ ਉਹ ਜਿਹੜਾ ਸਾਡਾ ਸਤਿਗੁਰੂ ਦੇਹ 'ਚ ਨਹੀਂ ਹੈ। ਇਸੇ ਕਰਕੇ ਅਸੀਂ ਦੇਹ ਭੱਜੀ ਆ ਰਹੇ ਹਾਂ ਵੀ ਜਿਹੜੇ ਮੰਨਦੇ ਆ ਨਾਮ ਜਪਣ ਵਾਲੇ ਦੇਹ ਨੂੰ, ਉਹ ਦੇਹ ਨੂੰ ਛੱਡ ਕੇ, ਕਿਉਂਕਿ ਇਸੇ ਗਿਆਨ ਦੀ ਓਟ ਹੈ ਸਾਰਿਆਂ ਨੂੰ, ਉਸ ਗਿਆਨ ਦਾ ਵਾਸਤਾ ਦੇ ਕੇ ਕਹਿੰਦੇ ਆ ਵੀ ਸਾਰੇ ਚੰਗੇ ਹੋ ਤੁਸੀਂ, ਬਸ ਮਾਂ ਸ਼ਰਾਬ ਸਭ ਕੁਝ ਛਡਾਉਂਦੇ ਹੋ, ਪਰ ਐਸ ਬਣੇ ਆਓ ਸਤਿਗੁਰ ਨੂੰ ਸਿਰਫ ਇੰਨੀ ਚੀਜ਼ ਕਰ ਲਓ ਵੀ ਜਿਹੜਾ ਸਤਿਗੁਰ ਕੋ ਆਉਣਾ ਉਹ ਨਾ ਕੋ ਆਓ ਭਾਈ ਬਾਬਾ ਜੀ ਤੁਸੀਂ ਸਾਰੇ ਚੰਗੇ, ਆਪਣੇ ਸ਼ਬਦ ਜੋ ਪਰਮੇਸ਼ਰ ਦਾ ਨਾਮ ਜਪਾ ਰਹੇ ਹੋ ਕਰੀ ਚੱਲੋ ਇਹ ਸੇਵਾ, ਪਰ ਸਤਿਗੁਰ ਦਾ ਲਫ਼ਜ਼ ਕਿਸੇ ਨੂੰ ਨਾ ਦਿਓ। ਮਾਰ ਕਹਿੰਦੇ ਜਿਨ ਐਸਾ ਸਾਧਨਾ ਪਾਇਆ, ਜਿਨ ਐਸਾ ਸਤਿ ਸਾਧਨਾ ਪਾਇਆ, ਤੇ ਤ੍ਰਿਗ ਤ੍ਰਿਗ ਨਰ ਜੀਵਾ। ਆ ਸਤਿਗੁਰ ਦੇ ਸਾਹਮਣੇ ਦੂਸਰਾ ਲਫ਼ਜ਼ ਆ ਗਿਆ ਨਰ। ਤੁਸੀਂ ਨਰ ਹੋ, ਸਤਿਗੁਰ ਨਹੀਂ ਹੋ। ਜਿਨ ਐਸਾ ਸਤਿ ਸਾਧਨਾ ਪਾਇਆ, ਸਾਰੇ ਗੁਰੂ ਪਦਵੀਆਂ, ਸਾਰੇ ਭਗਤ ਜਿੰਨੇ ਵੀ ਹੋਏ ਇਨਸਾਨ ਦੇ ਜਨਮ ਲਿਆ ਜਿਨ੍ਹਾਂ ਨਾਲ, ਉਹ ਨਰ ਸੀ। ਇਹ ਸਤਿਗੁਰੂ ਐਸੀ ਚੀਜ਼ ਹੈ ਜਿਹੜਾ ਰੱਬ ਹੀ ਸਮਝ ਲਓ, ਪਰਮੇਸ਼ਰ ਹੀ ਸਮਝ ਲਓ, ਉਹ ਹੈ। ਆ ਬਾਣੀ ਚਾਹੁੰਦਾ ਮਹਲਾ ਪੰਜਵਾਂ ਕਹਿੰਦਾ ਉਹ ਮੂੰਹ ਸੜ ਕਿਉਂ ਨਹੀਂ ਗਿਆ ਜਿਹਨੇ ਕਿਹਾ ਵੀ ਠਾਕਰ ਜੂਨੀ ਚਾਹੁੰਦਾ ਹੈ, ਵੀ ਰੱਬ ਜੂਨ ਚਾਹੁੰਦਾ, ਰੱਬ ਬੰਦਾ ਹੈ। ਉਹ ਕਹਿੰਦਾ ਮੂੰਹ ਜਲੋ। ਅਸੀਂ ਲਿਆ ਰਹੇ ਗਾਂ ਤੁਕਾਂ ਵੀ ਸ਼ਬਦਾਂ ਦਾ ਪੈ ਖਾਓ। ਕਿਸੇ ਬੰਦੇ ਨੂੰ ਰੱਬ ਜਾਂ ਮਹਾਂਪੁਰਖ ਬ੍ਰਹਮ ਗਿਆਨੀ ਜਾਂ ਸਾਰਾ ਠੀਕ ਹੈ ਗਿਆਨ ਕੋਲ ਹੋਏ ਸਾਰੇ ਉੱਚੇ ਹੋ, ਉਹਨਾਂ ਨੂੰ ਵੀ ਸਾਧੋ ਸੰਤੋ ਲਿਖਿਆ, ਪਰ ਉਹ ਉਪਦੇਸ਼ਕ ਆ ਉਹਨਾਂ ਨੂੰ ਵੀ ਸਾਡਾ ਜਿਹੜਾ ਐਸਾ ਸਤਿਗੁਰ ਸਾਧ ਇਹ ਹਾਈਲਾਈਟ ਕੀਤਾ ਔਰ ਉਹਦੇ ਥੱਲੇ ਔਂਕੜ ਦੇ ਦੇ ਕੇ ਕਿਹਾ ਵੀ ਨਰ ਨਹੀਂ ਆਓ। ਜਿਹੜਾ ਨਰ ਬੰਦਾ ਭਗਵਾਨ ਬਣੇਗਾ। ਇਸੇ ਕਰਕੇ ਸਾਹਮਣੇ ਹਿੰਦੂਇਜ਼ਮ ਹਰ ਕੋਈ ਭਗਵਾਨ ਬਣੀ ਫਿਰਦਾ ਸੀ। ਭਗਵਾਨ ਦੀ ਤਾਕਤ ਵੇਦ ਔਰ ਸਾਰੇ ਸ਼ਾਸਤਰ ਸਮਝ ਗਏ ਸੀ ਵੀ ਭਗਵਾਨ ਦੀ ਹਸਤੀ ਹੈ, ਕੋਈ ਐਸੀ ਤਾਕਤ ਹੈ ਪਿੱਛੇ, ਜਿੱਦਾਂ ਇਹ ਸ਼ਬਦਾਂ 'ਚ ਲੱਭ ਰਹੇ ਹਾਂ, ਪਰ ਉਹਨੂੰ ਪਾ ਨਹੀਂ ਸਕੇ। ਅੰਦਰ ਚੜ੍ਹਾਈ ਹੁੰਦੇ 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 ਆਪ ਹੀ ਕਹਿੰਦੇ ਵੀ ਬਸ ਅਸੀਂ ਰੱਬ ਬਣ ਗਏ। ਉੱਥੇ ਮੈਂ ਆਉਣ ਲੱਗ ਪਈ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਮੈਂ ਨਹੀਂ ਕਰਨਾ, ਮੈਂ ਤੂੰ ਹੀ ਕਹਿਣਾ। ਇਸ ਕਰਕੇ ਜਿਹਨਾਂ ਨੇ ਪਾਇਆ ਅੰਦਰ ਉਸ ਪਾਵਰ ਨੂੰ, ਉਹ ਤੂੰ ਹੀ ਕਰਦੇ ਹੈ। ਜਿਹਨਾਂ ਨੇ ਨਹੀਂ ਪਾਇਆ, ਇਹ ਐਸਾ ਸਟੇਜ ਹੈ ਇੱਕ ਜਿਹਨੂੰ ਕਿ ਸਪਿਰਿਚੁਅਲ ਮੀਨੀਆ ਕਿਹਾ ਹੈ। ਮੀਨੀਆ ਪਾਗਲਪਣ ਬਿਮਾਰੀ ਦਾ ਨਾਂ ਹੈ। ਜਦੋਂ ਉਹ 82 ਉਹ ਸਾਰੇ ਚੰਗੇ ਲੋਕ ਨੇ, ਲੇਕਿਨ ਐਸੀ ਚੜ੍ਹਾਈ ਹੋ ਜਾਂਦੀ ਮਹਾਰਾਜ ਦੀ, ਉੱਥੇ ਜਾ ਕੇ ਐਸੀ ਡੀਰੇਲ ਹੁੰਦੇ ਨੇ, ਉਹ ਐਸ ਅਵਸਥਾ 'ਚ ਪੈ ਜਾਂਦੇ ਨੇ ਵੀ ਅਸੀਂ ਰੱਬ ਨੂੰ ਪਾ ਲਿਆ, ਅਸੀਂ ਆਪ ਹੀ ਰੱਬ ਹੈ। ਇਸ ਕਰਕੇ ਉਹ ਐਸੀ ਸਪਿਰਿਚੁਅਲ ਸਟੇਜ ਅੰਦਰ ਰਿਧਾਂ ਸਿਧਾਂ ਆ ਜਾਂਦੀਆਂ। ਸਾਡੇ ਪਹਿਲੇ ਹੀ ਥੰਮ ਰੂਲ ਹੈ ਔਰ ਵਾਰਨਿੰਗ ਦਿੱਤੀ ਹੈ ਵੀ ਰਿੱਧ ਸਿੱਧ ਆਵਰਾ ਸਾਧ। ਇਹ ਹੋਰ ਸਵਾਦ ਹੈ, ਇਹਨਾਂ ਚੀਜ਼ਾਂ 'ਚ ਨਹੀਂ ਪੈਣਾ। ਔਰ ਜਿਹੜਾ ਮਨ ਭਰਮਿਆਂ ਲੈ ਨਾ ਸਕਾਈਏ, ਐਸ ਵਕਤ ਐਸ ਸਤਿਗੁਰੂ ਦੀ ਪਾਵਰ ਨੂੰ ਅੰਦਰ ਸਮਝੋ। ਇਨਸਾਨ ਨਹੀਂ ਆਓ। ਇਸ ਕਰਕੇ ਉਹ ਜਿਹੜੀਆਂ ਆਪ ਸਭ ਕੁਝ ਬਣ ਜਾਣਾ, ਇਹ ਸਟੇਜ ਆ ਜਾਂਦੀ ਹੈ ਸਪਿਰਿਚੁਅਲ। ਲੇਕਿਨ ਇਹਦੇ ਤੋਂ ਅਸੀਂ ਖਬਰਦਾਰ ਰਹਿਣਾ ਹੈ ਔਰ ਐਸ ਅਵਸਥਾ ਤੱਕ ਪਹੁੰਚਣਾ ਵੀ ਅਸੀਂ ਐਸ ਹਸਤੇ ਨੂੰ ਫੜਨਾ ਜੋ ਨਰ ਨਹੀਂ ਹੈ। ਜਿਨ ਐਸਾ ਜਿਨ ਐਸਾ ਸਤਿਗੁਰ ਸਾਧਨਾ ਪਾਇਆ, ਤੇ ਤ੍ਰਿਗ ਤ੍ਰਿਗ ਨਰ ਜੀਵਾ। ਤੇ ਤ੍ਰਿਗ ਤ੍ਰਿਗ ਨਰ ਜੀਵਾ। ਤੇ ਤ੍ਰਿਗ ਤ੍ਰਿਗ
ਜਨਮ ਪਰਾਰਥ ਉਸ ਨਰ ਨੇ ਕੀ ਕੀਤਾ ਹੈ, ਕੌਡੀ ਬਦਲੇ ਵੇਚ ਦਿੱਤਾ। ਕਰੋੜਾਂ ਐਸਾ ਅਮੋਲਕ ਜਨਮ ਉਹਨੇ ਜ਼ਾਇਆ ਕਰ ਦਿੱਤਾ। ਕਿੰਨੇ ਜਿਨ ਐਸਾ ਸਾਧਨਾ ਤੇ ਤ੍ਰਿਗ ਤ੍ਰਿਗ ਨਰ ਜਨਮ ਪਦਾ ਪੁੰਨੇ ਫਲ ਪਾਇਆ। ਜਨਮ ਪਦਾ ਪੁੰਨੇ ਫਲ ਪਾਇਆ। ਕੌਡੀ ਬਦਲੇ। ਕੌਡੀ ਇੱਕ ਕੋਇਨ ਹੁੰਦਾ ਸੀ ਪਹਿਲਾਂ। ਆ ਜਿਹੜੀਆਂ ਰਿਚਾਂ ਕੌਡੀਆਂ ਖੇਲਦੇ ਐ, ਇੱਕ ਕੋਇਨ ਹੁੰਦਾ ਸੀ। 4 ਕੌਡੀਆਂ ਦਾ ਚੁਗੱਡਾ ਹੁੰਦਾ ਸੀ। ਪਿੰਡੀ ਸਾਈਂ 4 ਕੌਡੀਆਂ ਅਸੀਂ ਇਕੱਠੀ ਕਰਕੇ ਹੱਟੀ ਤੋਂ ਤੇਲ ਲੈ ਆਈਦਾ ਸੀ ਦੀਵੇ 'ਚ ਪਾਉਣ ਲਈ। ਕੌਡੀ ਕੋਇਨ ਸੀ। ਜਿੱਦਾਂ ਆਪਾਂ ਸਾਡੇ ਸਾਰੇ ਸਿੱਕੇ ਨੇ, ਇਹ ਕੌਡੀ ਕਿ ਇਹਦਾ ਵੀ ਮੁੱਲ ਸੀ, ਪਰ ਇਹਦਾ ਬਹੁਤ ਥੋੜ੍ਹਾ ਮੁੱਲ ਹੈ। ਇਸ ਕਰਕੇ ਮਾਰੇ ਕਹਿੰਦੇ ਤੂੰ ਤੇ ਇਹਦੇ ਕੌਡੀ ਬਦਲੇ ਜਨਮ ਮਿਲਤਾ। ਜੇ ਲਫ਼ਜ਼ ਨਾਲ ਸਮਝਾਂਗੇ ਆਪਣੀਆਂ ਰੂਟਸ ਗਵਾਵਾਂਗੇ। ਅਸੀਂ ਵੈਸਟਰਨਾਈਜ਼ ਹੋ ਰਹੇ ਹਾਂ, ਠੀਕ ਹੈ, ਇਹਨਾਂ ਦਾ ਵੀ ਸਭ ਕੁਝ ਸਮਝੋ, ਪਰ ਬਾਣੀ ਦੀਆਂ ਜਿਹੜੀਆਂ ਰੂਟਸ ਸਾਡੀਆਂ ਪੰਜਾਬ ਦੀਆਂ ਚੀਜ਼ਾਂ ਦੱਸੀਆਂ, ਉਹ ਆਪਣੀਆਂ ਰੂਟਸ ਨਹੀਂ ਛੱਡਣੀਆਂ। ਇਹ ਜਨਮ ਪਦਾ ਪੁੰਨੇ ਫਲ ਪਾਇਆ। ਜਨਮ ਪਦਾ ਪੁੰਨੇ ਫਲ ਪਾਇਆ। ਇਹ ਕੌਡੀ ਬਦਲੇ। ਇਹ ਕੌਡੀ ਦੇ ਕਈ ਲਫ਼ਜ਼ ਆ। ਕੌਡੀ ਕੌਡੀ ਵੀ ਖੇਡਦੇ ਹੁੰਦੇ, ਇੱਕ ਖੇਲ ਵੀ ਹੈ। ਜੋ ਪੁੰਨੇ ਫਲ ਪਾਇਆ। ਇਹ ਕੌਡੀ ਬਦਲੇ। ਕੌਡੀ ਬਦਲੇ। ਕੌਡੀ ਬਦਲੇ। ਕੀ ਕਰਾਂ ਗੋਬਿੰਦ ਜੀਓ, ਗੋਬਿੰਦ ਜੀਓ। ਸਤ ਸੰਗ ਤੇ ਮਿਲੇ ਹਰਿ ਪਿਆਰੇ। ਸਤ ਸੰਗ ਮਧੁਸੂਦਨ ਹਰ ਤਾਰੇ ਪ੍ਰਭ ਕਿਰਪਾ। ਮਧੁਸੂਦਨ ਤਾਰੇ ਪ੍ਰਭ ਕਿਰਪਾ। ਔਰ ਰਿਲੇਟਿਵ ਗਿਆਨ ਹੈ। ਜਦੋਂ ਇਹ ਗਿਆਨ ਉੱਠਿਆ ਉਦੋਂ ਅਸੀਂ ਇੰਨੀ ਸਿੱਖੀ ਨਹੀਂ ਸੀ। ਬਾਹਰ ਕ੍ਰਿਸ਼ਨ ਮਹਾਰਾਜ ਨੂੰ ਪੂਜ ਰਹੇ ਸੀ। ਐਡੀ ਵੱਡੀ ਇਹ ਵਿਅਕਤੀ, ਇਹਦੇ ਇੰਨੇ ਨਾਂ। ਗਿਆਨ ਚਾਹੁੰਣਗੇ ਸਾਡੇ ਸਾਰੇ ਉਸ ਸਤਿਗੁਰੂ ਤੇ ਵਰਦੇ, ਅਕਾਲ ਪੁਰਖ ਤੇ। ਔਰ ਕਹਿੰਦੇ ਆ ਇਹ ਜਿਹੜਾ ਸਤਿਗੁਰ ਐਸਾ ਅੰਦਰ ਕਿੰਨ ਮਿਲਾਉਣਾ। ਕਹਿੰਦੇ ਕਿਤੇ ਪ੍ਰਭੂ ਰੱਬ ਕਿਰਪਾ ਧਾਰੇ। ਤਾਂ ਅਸੀਂ ਕਹਿ ਰਹੇ ਹਾਂ ਜਿਹੜਾ ਸਤਿਗੁਰੂ ਸਰੂਪ ਆ ਉਹ ਲੈਫਟੀਨੈਂਟ ਪਾਵਰ ਹੈ ਰੱਬ ਦੀ। ਜੇ ਦੁਨੀਆ ਦੀ ਭਲੇ ਲਈ ਜੁਗੋ ਜੁਗੋ ਪਾਵਰ ਛੱਡੀ ਹੈ ਤਾਂ ਉਹੀ ਕਰਨ ਕਰਾਵਣ ਸਗਲ ਵਿਦੇ ਸੋ ਸਤੇ ਗੁਰੂ ਹਮਾਰਾ। ਪਰ ਅਸੀਂ ਹਮ ਚਾਕਰ ਗੋਬਿੰਦ ਕੇ। ਅਸੀਂ ਰੱਬ ਦੇ ਹੈ, ਸਿੱਧਾ ਮਿਲਣਾ ਹੈ, ਪਰ ਵਿੱਚ ਲਿੰਕ ਜਿਹੜਾ ਜੋੜਨ ਹਾਰਾ ਹੈ ਉਹ ਸਤਿਗੁਰੂ ਹੈ। ਉਹ ਕਿੱਦਾਂ ਮਿਲੇ? ਕਹਿੰਦੇ ਮਧੂਸੂਦਨ ਹਰ ਤਾਰੇ ਕਿਰਪਾ। ਮਧੂਸੂਦਨ ਰੱਬ ਨੂੰ ਕਿਹਾ। ਮਧੂਸੂਦਨ ਤਾਰੇ ਪ੍ਰਭ ਕਿਰਪਾ। ਮਧੂਸੂਦਨ ਤਾਰੇ ਕਰਕੇ ਕਰ ਕਿਰਪਾ ਗੁਰੂ। ਸਿੱਧਾ ਹੀ ਸ਼ਬਦ ਦੇਤਾ ਗੁਰੂ ਰੂਪ ਸਤਿਗੁਰੂ। ਗੁਰੂ ਉਹ ਕਹਿੰਦਾ ਮੈਨੂੰ ਉਹ ਗੁਰੂ ਮਿਲਾਵੇ। ਕਰ ਕਿਰਪਾ ਕਰ ਕਿਰਪਾ ਗੁਰੂ ਮੇਰਾ। ਕਰ ਕਿਰਪਾ ਗੁਰੂ ਮੇਰਾ। ਹੈ ਗੁਰੂ ਨਾਨਕ ਨਹੀਂ ਹੈ, ਕੋਈ ਬੰਦਾ ਨਹੀਂ ਹੈ। ਕਰ ਕਿਰਪਾ ਗੁਰੂ ਮੇਰਾ। ਅਸੀਂ ਥੋੜ੍ਹਾ ਜਿਹਾ ਰੋਜ਼ ਜਿਹੜਾ ਪਾਠ ਕਰਦੇ ਹਾਂ ਨਾ, ਜ਼ਿਆਦਾ ਅਸੀਂ ਉਹਨਾਂ 'ਚੋਂ ਉਦਾਹਰਨ ਦਿੰਦੇ ਹਾਂ ਵੀ ਕਦੀ ਸਮਝਿਆ ਕਰੋ। ਰਾਮਕਲੀ ਆਨੰਦ ਦਾ ਪਹਿਲਾ ਜਿਹੜਾ ਪਾਠ ਕਰ ਰਹੇ ਹੋ ਉਹਦੇ 'ਚ ਕੀ ਹੈ? ਕੁਰਬਾਨ ਕੀਤਾ ਗੁਰੂ ਉਹ ਦੇ ਨਹੀਂ ਹੈ।
ਇਸੇ ਕਰਕੇ ਅਸੀਂ ਪਾਠ ਕਰਨ ਲੱਗੇ ਸਮਝਦੇ ਨਹੀਂ, ਅਸੀਂ ਗੁਰੂ ਨੂੰ ਫੱਟ 10 ਗੁਰੂਆਂ ਦੀ ਕੋਈ ਜਾਂ ਉਹ ਵਿਅਕਤੀਆਂ ਮੋਹਰੇ ਲਿਆਉਣੇ ਆ। ਇਸ ਕਰਕੇ ਉਹ ਗੁਰੂ ਨਹੀਂ ਹੈ। ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਆ ਵਡਿਆਈਆਂ ਕੀ ਕਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰਿਓ। ਸ਼ਬਦ ਹੀ ਆਉਂਦਾ ਹੈ, ਸ਼ਬਦ ਹੀ ਗੁਰੂ ਹੈ, ਗੁਰੂ ਹੀ ਸ਼ਬਦ ਹੈ। ਜਿਹੜਾ ਜਪਦੇ ਹੈ ਵਾਹਿਗੁਰੂ ਵਾਹਿਗੁਰੂ, ਉਹਦੇ ਲਈ ਤੇ ਕੁਰਬਾਨ ਹੈ ਵੀ ਜਿਹਦੇ ਨਾਲ ਮੈਨੂੰ ਜੋੜ ਦਿੱਤਾ, ਕੁਰਬਾਨ ਕੀਤਾ। ਅਸੀਂ ਜਿੱਥੇ ਗੁਰੂ ਸ਼ਬਦ ਆਇਆ ਨਹੀਂ ਉਹ ਅਸੀਂ ਉਹਨੂੰ ਗੁਰੂਆਂ ਦੀ ਦੇਹ ਨਾਲ ਯਾਦ ਕਰਦੇ ਹਾਂ। ਨਹੀਂ, ਹੁਣ ਆਸਾ ਦੀ ਵਾਰ ਲਾਉਣ ਲੱਗੇ ਸਲੋਕ ਲੈਂਦੇ ਹਾਂ, ਬਾਬੇ ਨਾਨਕ ਦਾ ਹੀ ਸਲੋਕ ਹੈ, ਨਾਨਕ ਗੁਰੂ ਨਾ ਚੇਤ ਨਹੀਂ ਮਾਨੇ ਆਪਣੇ ਸੁਚੇਤ, ਛੋਟੇ ਤਿਲ ਬੁਆਰ ਜੋ ਸੁੰਝੇ ਅੰਦਰ ਕੇ। ਨਾਨਕ ਗੁਰੂ ਆ, ਗੁਰੂ ਹੈ ਸ਼ਬਦ। ਇਹ ਨਾਨਕ ਤੂੰ ਸ਼ਬਦ ਗੁਰੂ ਨੂੰ ਨਹੀਂ ਚੇਤਦਾ। ਔਰ ਬਾਬਾ ਨਾਨਕ ਆਪ ਹੀ ਤੇ ਸਿੱਧਾਂ ਨੂੰ ਸਮਝਾ ਰਿਹਾ ਵੀ ਸ਼ਬਦ ਗੁਰੂ ਸੁਰਤੇ ਤੋਂ ਨਹੀਂ ਚੇਲਦਾ, ਦੇ ਕਿੱਦਾਂ ਹੋ ਸਕਦੀ। ਇਸੇ ਕਰਕੇ ਅਸੀਂ ਸਾਰਾ ਗਿਆਨ ਇਕੱਠਾ ਕਰਕੇ ਡੈਫੀਨੇਸ਼ਨਾਂ ਬਣਾ ਰਹੇ ਨੇ ਵੀ ਬਾਣੀ ਨੂੰ ਬਾਣੀ ਨਾਲ ਜੇ ਖੋਲੋਗੇ, ਜਿੱਥੇ ਬਾਬੇ ਨਾਨਕ ਨਾਲ ਗੁਰੂ ਸ਼ਬਦ ਨੂੰ ਕਿਹਾ ਹੈ ਉਹ ਆਪ ਗੁਰੂ ਨਹੀਂ ਹੈ। ਅਸੀਂ ਕੁਰਬਾਨ ਉਹਦੇ ਤੋਂ ਨਹੀਂ ਜਾਣਾ, ਕਿਸੇ ਬਾਡੀ ਕਿਸੇ ਗੁਰੂ ਤੋਂ ਅਸੀਂ ਕੁਰਬਾਨ ਐ ਸ਼ਬਦ ਤੋਂ ਜਾਣਾ ਹੈ ਜਿਹੜਾ ਕਿ ਕਰ ਕਿਰਪਾ ਗੁਰੂ ਮੇਰਾ, ਕਰ ਕਿਰਪਾ ਗੁਰੂ ਮੇਰਾ, ਕਰ ਕਿਰਪਾ ਗੁਰੂ ਮੇਰਾ। ਕਦੇ ਗੁਰੂ ਕਾਲ ਵੇਲੇ ਸਾਡੇ ਸਾਰੇ ਗਿਆਨ 'ਚ ਗੁਰੂਆਂ ਦੀ ਡੇਟ ਆਫ ਬਰਥ ਨਹੀਂ ਲਿਖੀ, ਕੁਛ ਨਹੀਂ। ਇਹ ਸਾਰੀਆਂ ਪਿੱਛੋਂ ਚੀਜ਼ਾਂ ਚੱਲੀਆਂ ਹੈ ਪਿਆਰ ਦੀਆਂ। ਅਸੀਂ ਗੁਰੂਆਂ ਨਾਲ ਇੰਨਾ ਪਿਆਰ ਕਰਦੇ ਉਹਨਾਂ ਦੀਆਂ, ਕਿਉਂਕਿ ਅੰਗਰੇਜ਼ ਇਸ ਧਰਤੀ 'ਤੇ ਆਏ ਪਹਿਲਾਂ ਨਹੀਂ ਸੀ। ਕਦੋਂ ਤੋਂ ਇਹ ਚੀਜ਼ ਹੋਈ? ਅੰਗਰੇਜ਼ਾਂ ਨਾਲ ਸਾਡਾ ਪੰਜਾਬ ਸਭ ਤੋਂ ਬਾਅਦ ਸਾਡੀ ਸਿੱਖ ਕਿੰਗਡਮ ਡਿੱਗੀ ਹੈ। ਸਾਰਾ ਹਿੰਦੁਸਤਾਨ ਫਤਿਹ ਕਰਦੇ ਆ ਰਹੇ ਸੀ। ਇਹ ਆਣ ਕੇ ਅਸੀਂ ਮਹਾਰਾਜਾ ਰਣਜੀਤ ਸਿੰਘ ਨਾਲ ਰੋਕ ਪਾਈ ਪਠਾਣਾ ਔਰ ਅੰਗਰੇਜ਼ਾਂ ਦੇ ਦਰਮਿਆਨ 'ਚ। ਇੱਥੇ ਆਣ ਕੇ ਸਾਡੀ ਕਿੰਗਡਮ ਜਿਹੜੀ ਸੀ ਸਾਰੀ ਇਹ ਸਿੱਖੀ ਦਾ ਜਿੱਥੇ ਕਿ ਮਾਰਸ਼ਲ ਰੇਸ ਪੈਦਾ ਕੀਤੀ ਸੀ ਦਸਮ ਪਾਤਸ਼ਾਹ ਨਾਲ, ਇਹ ਅੜ ਗਈ। ਇਹ ਸਭ ਤੋਂ ਬਾਅਦ ਡਿੱਗੀ ਹੈ ਸਲਤਨਤ। ਇਹ ਜਿਸ ਵੇਲੇ ਇੱਥੇ ਅੰਗਰੇਜ਼ ਆਏ ਉਹਨਾਂ ਨੇ ਆਪਣਾ ਕ੍ਰਿਸਮਸ ਮਨਾਉਣਾ ਸ਼ੁਰੂ ਕੀਤਾ ਅੱਜ ਦੇ ਦਿਨ, ਔਰ ਉਹਦੀ ਛੁੱਟੀ ਕਰਾਈ। ਉਹ ਤੋਂ ਫਿਰ ਸਿੱਖਾਂ ਨੇ ਕਿਹਾ ਜੀ ਸਾਡੇ ਵੀ ਗੁਰੂ ਨਾਨਕ ਦੀ ਛੁੱਟੀ ਕਰੋ। ਇਸ ਕਰਕੇ ਪਹਿਲੀ ਛੁੱਟੀ ਉਸ ਵੇਲੇ ਕ੍ਰਿਸਮਸ ਤੋਂ ਬਾਅਦ ਗੁਰੂ ਨਾਨਕ ਦੀ ਜਿਹੜੀ ਛੁੱਟੀ ਸਿੱਖਾਂ ਨੇ ਕਰਾਈ ਹੈ। ਪਿਆਰ ਦੀ ਚੀਜ਼ ਹੈ, ਨਿਸ਼ਾਨੀ ਹੈ, ਪਰ ਗਿਆਨ ਇਹ ਨਹੀਂ ਕਹਿੰਦਾ। ਗੁਰੂਆਂ ਦੇ ਗੁਰਪੁਰਬ ਮਨਾਓ, ਅੱਛੀ ਚੀਜ਼ ਹੈ, ਲੇਕਿਨ ਗਿਆਨ ਕਹੇਗਾ ਵੀ ਜਿਸ ਦਿਨ ਗੁਰਪੁਰਬ ਮਨਾਓਗੇ ਸਾਈਕੋਲੋਜੀਕਲੀ ਤੁਹਾਡਾ ਸਾਰਾ ਦਿਨ ਧਿਆਨ ਉਸ ਗੁਰੂ ਵੱਲ ਰਹੇਗਾ, ਰੱਬ ਨਾਲੋਂ ਟੁੱਟ ਜਾਓਗੇ ਤੁਸੀਂ। ਇਸ ਕਰਕੇ ਅਸੀਂ ਸਾਰਾ ਗਿਆਨ ਸਾਨੂੰ ਰੱਬ ਨਾਲ ਜੋੜਦਾ ਕਿ ਅਸੀਂ ਉੱਤੇ ਉਹਨਾਂ ਨੇ ਨਾਂ ਤਦੇ ਨਹੀਂ ਲਿਖੇ, ਮਹੱਲੇ ਲਿਖੇ। ਇਸ ਕਰਕੇ ਇਹ ਜਿਹੜੀਆਂ ਛੁੱਟੀਆਂ ਸਾਰੀਆਂ ਅੱਛੀ ਚੀਜ਼ ਹੈ, ਲੇਕਿਨ ਹੌਲੀ ਹੌਲੀ ਕੌਮ ਇਸ ਖੱਡੇ 'ਚੋਂ ਨਿਕਲੇ ਵੀ ਸਾਡਾ ਗਿਆਨ ਕਹਿੰਦਾ ਹੈ ਸਾਡਾ ਗੁਰੂ ਆ ਮਿਲਣਾ ਹੈ। ਕਰ ਕਿਰਪਾ ਗੁਰੂ, ਕਰ ਕਿਰਪਾ ਗੁਰੂ ਮੇਰਾ, ਕਰ ਕਿਰਪਾ ਗੁਰੂ ਮੇਰਾ। ਉਸੇ ਨੂੰ ਮਧੂਸੂਦਨ ਕਿਹਾ, ਮਧੂਸੂਦਨ ਤਾਰੇ ਪ੍ਰਭ ਕਿਰਪਾ, ਮਧੂਸੂਦਨ। ਕਿੰਨੇ ਕਿੰਨੇ ਇਸ ਗਿਆਨੀ ਪੁਰਸ਼ ਦੇ ਨਾਂ ਆ ਰਹੇ ਨੇ। ਉਹ ਹਾਲ ਹੈ ਇਸ ਗਿਆਨੀ ਪੁਰਸ਼ ਦਾ ਵੀ ਜਿਹੜਾ ਕਿ ਐਡਾ ਵੱਡਾ ਗਿਆਨ ਗੀਤਾ ਦਾ ਦੇਣ ਵਾਲਾ, ਉਹਦੀਆਂ ਉਹ ਝੂਠੀਆਂ ਕਹਾਣੀਆਂ ਬਣਾਈਆਂ ਸਾਰੀਆਂ ਵੀ ਉਹ ਏਦਾਂ ਰਾਸ ਲੀਲਾ ਕਰਦਾ ਸੀ, ਆਹ ਕਰਦਾ ਸੀ, ਸਾਰੀਆਂ ਗਲਤ ਕਹਾਣੀਆਂ ਹੈ। ਉਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਜਿਹੜਾ ਹਿੰਦੂ ਫਿਲਾਸਫੀ ਦੇ ਵਿੱਚ ਗੀਤਾ ਦੇਣ ਵਾਲਾ, ਜਿਸ 'ਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਸਭ ਤੋਂ ਜ਼ਿਆਦਾ ਜ਼ਿਕਰ ਹੈ, ਉਹ ਇਨਸਾਨ ਕਦੀ ਨਹੀਂ ਇਹੋ ਜਿਹਾ ਹੋ ਸਕਦਾ। ਐਡਾ ਵੱਡਾ ਸਾਨੂੰ ਗਿਆਨ ਦੇਣ ਵਾਲਾ, ਅਸੀਂ ਆਪ ਉਹਦਾ ਮੂੰਹ ਮੱਥਾ ਵਿਗਾੜਿਆ ਹੈ। ਉਹ ਵਿਚਾਰਾ ਕਿਉਂ? ਕਿਉਂਕਿ ਉਹ ਵਿਚਾਰਾ ਇੱਕ ਐਸੀ ਗਰੀਬ ਹਾਲਤ 'ਚ ਪਲਿਆ, ਉਹਨਾਂ ਗਵਾਲਿਆਂ 'ਚ ਹਾਰਡ ਬੰਦੇ ਲੇਬਰ ਕਰਨ ਵਾਲੇ ਉਹਨਾਂ ਦੇ ਵਿੱਚੋਂ ਪਲਿਆ। ਉਹਨੂੰ ਗਵਾਲਾ ਕਿਹਾ ਜਾਂਦਾ ਸੀ, ਗਊਪਾਲ। ਔਰ ਐਸੀ ਮੁਸ਼ਕਿਲ 'ਚ ਜਿਹੜੇ ਕਿ ਉਹਦੇ ਮਾਂ ਬਾਪ ਉਹਦੇ ਕੈਦ ਕੀਤੇ ਸੀ, ਔਰ ਇਹਦੇ 6-7 ਭਰਾ ਮਾਰ ਸਿੱਟੇ ਸੀ ਮਰਦੇ ਹੀ। ਇਹ ਵਿਚਾਰਾ ਕਿੱਦਾਂ ਬਾਹਰ ਨਿਕਲਿਆ, ਕਿੱਦਾਂ ਗਰੀਬ ਲੋਕਾਂ 'ਚ ਪਲਿਆ, ਉਹਨਾਂ ਨੂੰ ਚੱਕਿਆ। ਇਹਨਾਂ ਨੇ ਫੇਰ ਸਾਡੇ ਗੁਰੂਆਂ ਵਾਂਗੂ ਕਹਾਣੀਆਂ ਗਲਤ ਬਣਾਤੀਆਂ ਸੂਰਪਾ, ਜਿੱਦਾਂ ਗੁਰੂਆਂ ਦੀਆਂ ਇੰਨੀਆਂ ਸ਼ਾਦੀਆਂ, ਗੁਰੂਆਂ ਦੇ ਆਹ ਚੀਜ਼, ਜਿਹਨੂੰ ਦੇਖ ਕੇ ਅੱਜ ਕੱਲ੍ਹ ਬਾਬੇ ਜਾਂ ਸਾਰੀ ਚੀਜ਼ਾਂ ਕਰ ਰਹੇ ਨੇ ਵੀ ਗੁਰੂਆਂ ਨਾਲ ਨਹੀਂ ਸ਼ਾਦੀਆਂ ਕੀਤੀਆਂ।
ਇਹ ਸਾਰਾ ਮਾਹੌਲ ਹੈ ਸਾਡੇ ਸਿੱਖੀ ਨਾਲ, ਬਾਣੀ 'ਚ ਨਹੀਂ ਕਿਤੇ ਲਿਖਦੀ। ਇਸ ਕਰਕੇ ਸਿੱਖ ਕੌਮ ਨੇ ਜਾਗਣਾ ਹੈ ਵੀ ਕਹਾਣੀਬਾਜ਼ੀ ਖਤਮ ਕਰੋ, ਸ਼ਬਦਾਂ 'ਚ ਜੀਵਨ ਲੱਭੋ ਉਹਨਾਂ ਗੁਰੂਆਂ ਦਾ। ਉਹ ਇਹਨਾਂ ਨੂੰ ਐਸੀਆਂ ਰਾਸ ਲੀਲਾਂ ਜੋ ਸਾਰਾ ਦੱਸਿਆ, ਇਹਨੇ ਕੰਮ ਨਹੀਂ ਕੀਤੇ। ਐਸੇ ਉਹਨੇ ਕੰਸ ਨੂੰ ਪਟਕਾ ਕੇ ਮਾਰਿਆ ਔਰ ਸਾਰੀ ਚੀਜ਼। ਉਹ ਰੈਵੋਲੂਸ਼ਨਰੀ ਬੰਦਾ ਸੀ, ਗਰੀਬ ਲੋਕਾਂ 'ਚ ਪਲਿਆ ਸੀ, ਇਹਨਾਂ ਨੇ ਉਹਦੀਆਂ ਵੀ ਕਹਾਣੀਆਂ ਬਣਾਤੀਆਂ। ਇਸ ਕਰਕੇ ਕਹਾਣੀਬਾਜ਼ੀ ਨਹੀਂ ਹੈ। ਉਹ ਲੋਕ ਬੜੇ ਬੜੇ ਵੱਡੇ ਸੀ ਜਿਹਦਾ ਬਾਰ-ਬਾਰ ਬਾਣੀ 'ਚ ਨਾਂ ਆ ਰਿਹਾ, ਔਰ ਇਹ ਬਾਣੀ ਤਾਂ ਦੇ ਰਹੇ ਨੇ ਵੀ ਉਹਨਾਂ 'ਚ ਰੈਵੋਲੂਸ਼ਨ ਲਿਆਉਣਾ ਸੀ ਵੀ ਰੱਬ ਨਾਲ ਜੁੜੋ, ਕਿਸੇ ਬੰਦੇ ਨਾਲ ਨਾ ਜੁੜੋ। ਤਾਰੇ ਪ੍ਰਭ ਕਿਰਪਾ ਹੈ ਮਾਧੋ ਸੁਦਨ, ਤਾਰੇ ਪ੍ਰਭ ਕਿਰਪਾ ਕਰ ਕਿਰਪਾ ਗੁਰੂ ਮੇਰਾ, ਕਰ ਕਿਰਪਾ ਗੁਰੂ ਮੇਰਾ, ਕਰ ਜਦੋਂ ਇਹ ਸ਼ਬਦ ਅੰਦਰ ਮਿਲ ਜਾਂਦਾ, ਗੁਰੂ ਮਿਲ ਜਾਂਦਾ, ਬਗੈਰ ਦੇ ਤੂੰ ਅੰਦਰ ਸਤਿਗੁਰੂ ਕੀ ਹੁੰਦਾ ਹੈ। ਜਨ ਨਾਨਕ ਜਨ ਨਾਨਕ ਨਿਰਵਾਣ ਪਦ ਪਾਏ, ਜਨ ਨਾਨਕ ਨਿਰਵਾਣ ਪਦ ਪਾਏ, ਮਿਲੇ ਸਾਧੂ ਹਰਿ ਗੁਣ ਆ ਗੁਣ ਗਾਵਤ ਤੇਰੀ ਉਤਰ ਸੇ। ਅੰਦਰ ਸਾਧ ਸੰਗ ਆ ਗਿਆ ਔਰ ਮਿਲ ਸਾਧੂ, ਉਹਦੇ ਨਾਲ ਬੈਠ ਕੇ ਅੰਦਰ ਉਸ ਪਾਵਰ ਦੇ ਨਾਲ ਫਿਰ ਨਾਮ ਜਪਦਾ ਹੈ। ਮਿਲ ਸਾਧੂ ਹਰੇ ਗੁਣ ਮਿਲੇ ਸਾਧੂ ਹਰੇ ਗੁਣ। ਇਹਨਾਂ ਨਾਲ ਸਾਰੀਆਂ ਚੀਜ਼ਾਂ ਐਸੀਆਂ ਸਾਡੇ ਗੁਰੂਆਂ ਦੇ ਮੁਤਲਕ ਵੀ ਕਹਾਣੀਆਂ ਸਾਡਾ ਧਿਆਨ ਜਾ ਸਕਦਾ ਨਹੀਂ ਕਦੀ ਵੀ ਕੌਮ ਦਾ ਜਨਤ ਕਰਕੇ ਅਸੀਂ ਗੁਰੂ ਬਾਡੀ 'ਚ ਮੰਨਦੇ ਹਾਂ, ਸ਼ਬਦ ਨਹੀਂ ਸਮਝ ਆ ਸਕਦੇ। ਕਰ ਕਿਰਪਾ ਗੁਰੂ ਮਿਲਾਈਏ, ਉਹ ਗੁਰੂ ਸ਼ਬਦ ਹੈ, ਅੰਦਰ ਦੀ ਅਵਸਥਾ ਹੈ ਔਰ ਉਹੀ ਸਤੇ ਗੁਰੂ ਹੈ ਔਰ ਉਹਨੂੰ ਅਸੀਂ ਫੜਨਾ। ਜਿਨ ਐਸਾ ਉੱਥੇ ਪਰਮ ਪਦ ਆ ਰਿਹਾ ਹੈ, ਨਿਰਵਾਣ ਪਦ ਆ ਰਿਹਾ ਹੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤੀ ਛੁੱਟੀ। ਨਿਰਵਾਣ ਪਦ ਐਸਾ ਹੈ ਜਿੱਥੇ ਪੰਜਾਂ ਦੀ ਬਾਣ ਨਹੀਂ ਵਗਦੀ। ਅਭਿਆਸੀ ਨੂੰ ਪੰਜ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਬੰਦੇ ਦੇ ਉਹਦੇ ਲਾਗੇ ਨਹੀਂ ਆ ਸਕਦੇ। ਉਹਨੂੰ ਨਿਰਵਾਣ ਕਿਹਾ। ਇਹ ਐਸਾ ਸਾਡੀ ਰੂਟਸ ਦਾ ਲਫ਼ਜ਼ ਹੈ ਪੰਜਾਬ ਦੀ ਦਾ। ਯਾਰ ਤੈਨੂੰ ਕੀ ਬਾਣ ਵਗੀ ਹੈ, ਤੇਰੀ ਇਹ ਕੀ ਡਿਫੈਕਟ ਹੈ? ਬਾਣ ਹੈ ਔਰ ਇਹ ਤੂੰ ਨਿਰ ਹੋ ਜਾਣਾ, ਪਰੇ ਹੋ ਜਾਣਾ, ਉਹ ਹੈ ਪੰਜਾਂ ਤੋਂ ਪਰੇ ਹੋ ਜਾਣਾ, ਨਿਰਵਾਣ ਪਦ ਪਾਉਣਾ। ਨਿਰਵਾਣ ਪਦ ਆਇਆ ਹੀ ਅਖੀਰ ਤੇ ਜਾ ਕੇ। ਐਸੇ ਹੀ ਦਸ਼ਾ ਹੈ ਜਿੱਥੇ ਕਾਮ ਕ੍ਰੋਧ ਲੋਭ ਮੋਹ ਮਨ ਨੂੰ ਨਹੀਂ ਵਿਆਪਦੇ ਔਰ ਉਹਦੀ ਸਮਾਧੀ ਲੱਗ ਜਾਂਦੀ ਹੈ ਰਾਹ ਉਹਦੀ ਤੁਕਦੀ। ਇਸ ਕਰਕੇ ਜਾਨ ਨਾਨਕ ਜਾਨ ਪਦ ਪਾਏ, ਜਾਨ ਨਾਨਕ ਨਿਰਵਾਣ ਪਦ ਪਾਏ, ਮਿਲ ਸਾਧੂ ਹਰਿ ਗੁਣ ਗਾਇਆ। ਆ ਸਾਧ ਸੰਗ ਆ ਗਿਆ ਅੰਦਰ। ਕਬਹੂ ਸਾਧ ਸੰਗਤ ਇਹ ਪਾਵੈ, ਉਸ ਸਥਾਨ ਤੇ ਬਾਹਰ ਨਾ ਆਵੈ, ਉਸ ਸਥਾਨ ਕਾ ਨਹੀਂ ਵਿਨਾਸ਼। ਅੰਤਰੇ ਹੋਏ ਆ ਸਾਰੀ ਪੋਥੀ ਹੀ ਉੱਥੇ ਲਿਖੀ ਗਈ ਹੈ। ਜਿੰਨੇ ਪੋਥੀ ਮਹਾਰਾਜ ਦੇ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ, ਜਿੰਨੇ ਭਗਤਾਂ ਨੂੰ ਵੀ ਗੁਰੂ ਵਿਅਕਤੀਆਂ ਨੂੰ ਵੀ ਐਸ ਤੇ ਆਉਂਦੇ ਹੈ ਔਰ ਉਹ ਪੂਰਨ ਬ੍ਰਹਮ ਗਿਆਨ ਹੁੰਦਾ ਹੈ। ਪੋਥੀ ਪਰਮੇਸ਼ਰ ਕਾ ਥਾਨ ਹਿੰਦੂ ਮੰਨਦੇ ਸੀ, ਪੋਥੀਆਂ ਨੂੰ ਪਰਮੇਸ਼ਰ ਦਾ ਥਾਨ। ਆ ਵੀ ਰਹਾਉ ਦੀ ਤੁਕ ਬੜੀ ਡੂੰਘੀ ਹੈ। ਪੋਥੀ ਜਿਹੜੀ ਹੁੰਦੀ ਸੀ, ਹਿੰਦੂਆਂ ਦੀਆਂ ਪੋਥੀਆਂ ਹੁੰਦੀਆਂ ਸੀ। ਸਾਰਾ ਗਿਆਨ ਪਹਿਲਾਂ ਬਾਈ ਪਾਰਟਸ ਸੀ, ਪੋਥੀਆਂ 'ਚ ਸੀ। ਉਹਦਾ ਨੇ ਲਿਖਿਆ ਵੀ ਪੋਥੀ ਪਰਮੇਸ਼ਰ ਕਾ ਥਾਨ ਤੁਸੀਂ ਮੰਨਦੇ ਹੋ ਨਹੀਂ ਹੈ। ਥਾਨ ਕੀ ਹੈ? ਸਾਧ ਸੰਗੇ ਗਾਵੇਂ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ। ਅਗਰੀ ਤੁਕ ਹੈ ਇਸ ਗਿਆਨ ਲਈ ਵੀ ਅੰਦਰ ਸਾਧ ਦਾ ਸੰਗ ਜਦੋਂ ਹੋ ਜਾਂਦਾ ਉਦੋਂ ਪੂਰਨ ਬ੍ਰਹਮ ਗਿਆਨ ਔਰ ਉਦੋਂ ਗੁਣ ਗਾਉਣੇ ਹੈ ਹੀ, ਨਾਮ ਜਪਣਾ ਉਹਦੇ ਨਾਲ। ਤੋ ਉਸ ਅਵਸਥਾ ਨੂੰ ਕਿਹਾ ਸਾਧ ਸੰਗ ਔਰ ਉੱਥੇ ਜਾ ਕੇ ਪੂਰਨ ਬ੍ਰਹਮ ਗਿਆਨ ਦੇ ਸ਼ਬਦ ਆਏ। ਉਹਦੇ ਲਈ ਕਿਹਾ ਜਨ ਨਾਨਕ ਨਿਰਵਾਣ ਪਦ ਪਾਏ, ਮਿਲੇ ਸਾਧੂ ਹਰਿ ਗੁਣ ਗਾਇਆ, ਮਿਲੇ ਸਾਧੂ ਹਰਿ ਗੁਣ ਗਾਇਆ।
ਅਸੀਂ ਨਿਰਵਾਣ ਪਦ ਖੋਲ ਦਈਏ ਔਰ ਸੰਪੋਥੀ ਔਰ ਸਾਰਾ ਗੁਣ ਗਾਉਣੇ ਸਾਧੂ ਮਿਲਣਾ ਕੀ ਹੈ। ਪੋਥੀ ਪਰਮੇਸ਼ਰ ਦਾ ਧਿਆਨ, ਪੋਥੀ ਪਰਮੇਸ਼ਰ। ਹਿੰਦੂਆਂ ਲਈ ਸਾਡੇ ਲਈ ਪੋਥੀ ਗਿਆਨ ਦੇਗੀ, ਗਿਆਨ ਹੈ ਉਹਨੂੰ ਟ੍ਰੀਟ ਕਰਨਾ, ਉਹਦੀ ਪੂਜਾ ਨਹੀਂ ਅਸੀਂ ਕਰਨੀ। ਪੋਥੀ ਪਰਮੇਸ਼ਰ ਦਾ ਧਿਆਨ, ਪੋਥੀ ਪਰਮੇਸ਼ਰ ਦਾ ਧਿਆਨ। ਇਹ ਸਾਧ ਸੰਗ ਗਾਵੇ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ। ਆ ਸਾਡੇ ਦੀ ਤੁਕ ਹੈ ਵੀ ਉਹ ਸਾਧ ਸੰਗ ਦੀ ਸਪਿਰਿਚੁਅਲ ਸਟੇਜ ਤੇ ਅੰਦਰ ਜਾ ਕੇ ਨਾਮ ਜਪ, ਉਹਨੂੰ ਫਿਰ ਤੈਨੂੰ ਪੂਰਨ ਬ੍ਰਹਮ ਗਿਆਨ ਆਏਗਾ। ਪੋਥੀ ਪਰਮੇਸ਼ਰ ਦਾ ਧਿਆਨ, ਪੋਥੀ ਪਰਮੇਸ਼ਰ ਦਾ ਧਿਆਨ, ਪੋਥੀ ਪਰਮੇਸ਼ਰ ਦਾ ਧਿਆਨ, ਪੋਥੀ ਪਰਮੇਸ਼ਰ ਦਾ ਧਿਆਨ। ਇਹ ਸਾਧ ਸੰਗ ਗਾਵੇ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ। ਰਹਾਉ ਲਾਇਆ ਇੱਥੇ ਪੂਰਨ ਬ੍ਰਹਮ ਗਿਆਨ, ਰਹਾਉ ਪੂਰਨ ਬ੍ਰਹਮ ਗਿਆਨ, ਪੋਥੀ ਪਰਮੇਸ਼ਰ ਦਾ ਧਿਆਨ। ਉਹ ਥਾਨ ਕੈਸਾ ਹੈ? ਉਹ ਪੋਥੀ ਵਾਲਾ ਬਾਹਰਲਾ ਨਹੀਂ ਹੈ, ਉਹ ਥਾਨ ਹੈ ਖਿਨ ਪਲ ਵਿਸਰ ਨਹੀਂ ਮੇਰੇ ਕਰਤੇ ਨਾਨਕ ਮੰਗੇ ਦਾਨ। ਖਿਨ ਪਲ ਵਿਸਰ ਨਹੀਂ ਮੇਰੇ ਕਰਤੇ ਨਾਨਕ ਮੰਗੇ ਦਾਨ। ਇਹ ਨਾਨਕ ਮੰਗੇ ਦਾਨ, ਇਹ ਨਾਨਕ ਮੰਗੇ ਦਾਨ। ਕੀ ਖਿਨ ਪਲ ਵਿਸਰ ਨਹੀਂ ਕਰਤੇ ਨਾਨਕ ਮੰਗੇ ਦਾਨ। ਕਰਤਾ ਕੋਈ ਗੁਰੂ ਨਹੀਂ, ਖਿਨ ਪਲ ਵਿਸਰ ਨਹੀਂ ਮੇਰੇ ਕਰਤੇ। ਉਹੀ ਅੰਦਰਲਾ ਸਾਧੂ ਹੈ, ਉਹ ਖਿਨ ਪਲ ਨਹੀਂ ਵਿਸਰਦਾ, ਉਹ ਹੈ ਸਾਡਾ ਪੂਜਣ ਯੋਗ ਅੰਦਰਲਾ। ਉਹਨੂੰ ਮਿਲਣਾ ਸੀ ਤੇ ਉਹਨੂੰ ਕਿਹਾ ਹੈ। ਬਾਕੀ ਪਹਿਲਾ ਜਿਹੜਾ ਰਹਾਉ ਲਾਇਆ, ਰਿਲੇਟਿਵ ਲਫ਼ਜ਼ ਲਾਇਆ ਹੈ, ਸੂਖਸ਼ਮ ਚੋਟਾਂ ਸ਼ਬਦ ਮਾਰੇਗਾ ਕਿ ਪੋਥੀਆਂ ਪੂਜੀ ਜਾ ਰਹੇ ਸੀ ਸਾਰੀ। ਇਸ ਕਰਕੇ ਜਿਹੜਾ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਆਇਆ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਪੋਥੀ ਪਰਮੇਸ਼ਰ ਦਾ ਥਾਨ ਸਾਡੇ ਸਿੱਖੀ ਮਜ਼ਹਬ 'ਚ ਨਹੀਂ ਲੈ ਸਕਦੀ। ਗਿਆਨ ਹੈ जैसी में आवे खसम की बाणी तैसड़ करी ज्ञान में तो कौंदी। सिमरत शास्त्र वेद पुकारन पोथियां, नाम बिना सब कूड़ गाली होछियां। साडी नाम दी गल है, इस करके साडी पोथी है। जिंद जान है साडा गुरु ग्रंथ साहब, लेकिन असी ओनू थान किहड़ा दिंदे हैं भी ओनू असी ज्ञान गुरु मनदे हैं। दसम पातशाह ने कहा ज्ञान गुरु आत्म उपदेशो नाम पपूत लगाओ। ਸਭ ਤੋਂ ਜ਼ਿਆਦਾ ਅਸੀਂ ਦੁਨੀਆ 'ਚ ਉਹਦੀ ਰਿਸਪੈਕਟ ਕਰਦੇ ਹਾਂ, ਅਦਬ ਕਰਦੇ ਹਾਂ, ਪਰ ਸਾਡਾ ਥਾਨ ਉਹ ਚੀਜ਼ ਨਹੀਂ ਮਿਲ ਸਕਦੀ ਜੋ ਸਾਹਮਣੇ ਹੋ ਰਿਹਾ ਸੀ। ਪੋਥੀ ਪਰਮੇਸ਼ਰ ਦਾ ਧਿਆਨ, ਪੋਥੀ ਪਰਮੇਸ਼ਰ ਦਾ ਧਿਆਨ। ਇਹ ਸਾਧ ਸੰਗ ਗਾਵੇ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ। ਸਾਧ ਸੰਗ ਗਾਵੇ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ। ਪੋਥੀ ਇਹ ਨਾਨਕ ਮੰਗੇ ਦਾਨ, ਇਹ ਨਾਨਕ ਮੰਗੇ ਦਾਨ, ਇਹੋ ਨਾਨਕ ਮੰਗੇ ਦਾਨ, ਇਹੋ ਨਾਨਕ ਮੰਗੇ ਦਾਨ। ਜਨ ਨਾਨਕ ਨਿਰਵਾਣ ਪਦ ਪਾਏ, ਜਨ ਨਾਨਕ ਨਿਰਵਾਣ ਪਦ ਪਾਏ। ਮਿਲੇ ਸਾਧੂ ਹਰ ਗੁਣ ਮਿਲੇ ਸਾਧੂ ਹਰ ਗੁਣ ਗਾਏ, ਮਿਲੇ ਸਾਧੂ ਹਰ ਗੁਣ ਗਾਏ। ਔਰ ਹਾਉ ਤਰਲਾ ਭਰ ਕੇ ਡੜਿਆ ਰਹੇ ਨੇ। ਮਹੱਲਾ ਚੌਥਾ। ਗੋਬਿੰਦ ਜੀਓ, ਗੋਬਿੰਦ ਜੀਓ, ਸਤ ਸੰਗ ਤੇ ਮਿਲੇ ਹਰ ਪਿਆਰ, ਸਤ ਸੰਗ ਗੋਬਿੰਦ ਜੀਓ, ਗੋਬਿੰਦ ਜੀਓ, ਸਤ ਸੰਗ ਤੇ ਮਿਲੇ ਹਰ ਪਿਆਰ, ਸਤ ਸੰਗ ਤੇ ਮਿਲੇ ਹਰ ਪਿਆਰ।
ਪਰਮੇਸ਼ਰ ਦਾ ਨਾਮ ਹੈ। ਕੋਈ ਜਪ ਲਓ, ਅਗਲਾ ਅਸੀਂ ਪੰਨਾ 6ਵਾਂ ਚੱਲਦਾ ਰੱਖਾਂਗੇ। ਪੰਨਾ ਹੈ 492, 492 ਸਫ਼ੇ ਤੇ ਅਸੀਂ ਫੇਰ ਮਹੱਲੇ ਚੌਥੇ ਦੇ ਦਰਸ਼ਨ ਕਰ ਰਹੇ ਹਾਂ। ਤੇ ਮੇਰੇ ਭਾਈ ਜਨਾ, ਮੇਰੇ ਭਾਈ ਜਨਾ, ਮੋਕੋ ਗੋਬਿੰਦ 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 ਮਨ। ਪਹਿਲੀ ਵਾਰੀ ਟਿਊਨ ਸੁਣ ਲਿਆ ਕਰੋ ਰਾਮ ਨਾਲ। ਮੇਰੇ ਭਾਈ ਜਨਾ, ਮੋਕੋ ਗੋਬਿੰਦ 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 ਮਨ ਮੋਹੈ। ਮੇਰੇ ਭਾਈ ਜਨਾ, ਮੋਕੋ ਗੋਬਿੰਦ 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 ਮਨ ਮੋਹੈ। ਅਸੀਂ ਸ਼ਬਦ ਚੱਲਦਾ ਰੱਖਾਂਗੇ। ਦੇਖਿਓ ਗੁਰੂ ਰਾਮਦਾਸ ਸਾਹਿਬ ਕਿੱਦਾਂ ਪਿਆਰ ਦੇ ਵਿੱਚ ਗੁਰਮੰਤਰ ਦਾ ਜਾਪ ਔਰ ਸਾਰੇ ਪਰਮੇਸ਼ਰ ਦੇ ਨਾਮਾਂ ਨੂੰ ਸਾਡੇ ਗਿਆਨ ਨਾਲ ਜੱਫੀ ਪਾਈ ਹੈ, ਪਿਆਰ ਨਾਲ। ਇਸ ਕਰਕੇ ਮੇਰੇ ਭਾਈ ਜਨਾ। ਹੁਣ ਇੱਥੇ ਸਾਧੋ ਸੰਤੋ ਇਹ ਕਿਵੇਂ ਲਿਖਿਆ? ਉਹ ਭਾਈ ਸਾਰਾ ਗਿਆਨ ਭਾਈ ਕਹਿ ਰਿਹਾ, ਸਾਡਾ ਸਾਰਾ ਗਿਆਨ ਭਾਈ ਕਹਿੰਦਾ ਸੀ। ਗੁਰੂ ਸਿੱਖ ਬਣ ਕੇ ਬਾਣੀ ਲਿਖੀ ਹੈ ਔਰ ਬਾਰੀ ਸਿੱਖਾਂ ਦੇ ਵਿੱਚ ਬੈਠ ਕੇ ਮਹਾਰਾਜ ਉਪਦੇਸ਼ ਕਰ ਰਹੇ ਨੇ। ਮੇਰੇ ਭਾਈ ਜਨਾ, ਮੇਰੇ ਭਾਈ ਜਨਾ, ਮੋਕੋ ਗੋਬਿੰਦ 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 ਮਨ। ਗੁਰੂ ਰਾਮਦਾਸ ਸਾਹਿਬ ਗੁਰੂ ਕੇ ਚੱਕ ਚੋਂ ਜਿਹੜਾ ਮੰਜੀ ਸਾਹਿਬ ਅਸਥਾਨ ਆ, ਉਹ ਅਸਲ ਹੈ ਉੱਥੇ ਗੁਰੂਆਂ ਆਲੇ ਦੁਆਲੇ ਘਰ ਸੀ। ਇਸ ਟੋਭੇ ਦੇ, ਇਸ ਪਾਣੀ ਦੇ ਇਕੱਠ ਦੇ ਅੰਦਰ, ਔਰ ਇੱਕ ਅਕਬਰ ਨਾਲ ਜ਼ਮੀਨ ਦਿੱਤੀ, ਇੱਥੇ ਔਜ਼ਾਰ ਸੀ ਔਰ ਟਾਊਨਸ਼ਿਪ ਪੈਦਾ ਕੀਤੀ ਮਹੱਲੇ ਚੌਥੇ ਨਾਲ, ਔਰ ਉੱਥੇ ਘਰ ਬਣਾ ਕੇ ਉਹ ਸਾਰੀ ਦੁਨੀਆ ਦਾ ਕੇਂਦਰ ਬਣ ਗਿਆ ਸੀ ਸਪਿਰਿਚੁਅਲਿਜ਼ਮ ਦਾ। ਔਰ ਉੱਥੇ ਮੰਜੀ ਸਾਹਿਬ ਬੈਠ ਕੇ ਸਿੱਖਾਂ 'ਚ ਬੈਠ ਕੇ ਸ਼ਬਦ ਉੱਤੋਂ ਆਉਂਦੇ ਸੀ। ਅੱਜ ਦਾ ਭਾਈ ਕਹਿੰਦੇ ਸੀ ਇੱਕ ਦੂਜੇ ਨੂੰ। ਗੁਰੂ ਪਦਵੀ ਮਹੱਲਾ ਚੌਥਾ ਸਿੱਖਾਂ ਨਾਲ ਸਾਂਝ ਕਰ ਰਿਹਾ। ਮੇਰੇ ਭਾਈ ਜਨਾ, ਕਿਤੇ ਸਾਧ ਸੰਤ ਦੀ ਬੋ ਹੈ, ਖੁਸ਼ਬੂ ਹੈ, ਕਿਤੇ ਕਿਤੇ ਨਹੀਂ ਹੈ। ਮੇਰੇ ਭਾਈ ਜਨਾ, ਮੋਕੋ ਗੋਬਿੰਦ ਗੋਬਿੰਦ ਗੋਬਿੰਦ। ਉਹ ਗੋਬਿੰਦ ਗੋਬਿੰਦ ਕੀ ਹੈ? ਇੱਕ ਆਖ ਆਖੈ ਸ਼ਬਦ ਆਖੈ, ਆਰਦ ਔਰਦ ਦਿਨ ਰਾਤ। ਇੱਕ ਆਖ ਆਖੈ ਸ਼ਬਦ ਆਖੈ, ਆਰਦ ਔਰਦ ਦਿਨ ਰਾਤ। ਮੇਰੇ ਭਾਈ ਜਨਾ, ਮੋਕੋ ਗੋਬਿੰਦ 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 ਮਨ ਮੋਹੈ। ਮੇਰੇ ਭਾਈ ਜਨਾ, ਮੋਕੋ ਗੋਬਿੰਦ 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 ਮਨ ਮੋਹੈ। ਹੇ ਗੋਬਿੰਦ 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 ਗੁਣ ਗਾਵਾਂ, ਗੋਬਿੰਦ ਗੋਬਿੰਦ ਗੁਣ ਗਾਵਾਂ। ਹੇ ਗੋਬਿੰਦ ਗੁਣ ਗਾਵਾਂ,
गुर साध संग ते जन सो मिले गुर साध संग ते साध संग ते जन सो साध रहो मिले गुर साध संग ते जन सो मिले गुर साध संग ते जन हे गोविंद 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 गुण गोविंद गुण मिले गुर साध संग ते जन सो मिले गुर साध संग ते जन मेरे भाई जना मक गोविंद 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 मेरे भाई जना मक गोविंद 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 असी अपना गुरमंत्र जपना है सारे ਗੁਰਮੰਤਰਾਂ 'ਚ ਸਾਰੇ ਪਰਮੇਸ਼ਰ ਦੇ ਨਾਮਾਂ 'ਚ ਇੱਕੋ ਜੀ ਤਾਕਤ ਹੈ ਇੱਕੋ ਥਾਂ ਲਿਜਾਣਗੇ ਪਰ ਸਾਡੇ ਖੰਡੇ ਬਾਟੇ ਦੀ ਪੌਲ 'ਚ ਸਾਨੂੰ ਫਤਿਹ ਬੁਲਾਉਂਦੇ ਹੈ ਪੰਜ ਸਿੰਘ ਔਰ ਉਹਨਾਂ ਸਾਨੂੰ ਗੁਰਮੰਤਰ ਮਿਲ ਜਾਂਦਾ ਜਦੋਂ ਉਹ ਕਹਿੰਦੇ ਹੈ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਗੁਰਮੰਤਰ ਔਰ ਗੁਰੂ ਅਰਜਨ ਪਾਤਸ਼ਾਹ ਇਹਦਾ ਛੋਟਾ ਲਿਖਾਇਕ ਗੁਰੂ ਦੇਣ ਲੱਗੇ ਨੇ ਰਹਾਉ ਦੀ ਤੁਕ ਔਰ ਉਹਦਾ ਫਲ ਦੱਸਣ ਲੱਗੇ ਨੇ ਜਿਹੜਾ ਗੁਰਸਿੱਖ ਆ ਮੰਤਰ ਜਪ ਲੈ ਉਹ ਕੀ ਹੁੰਦਾ ਹੈ ਗੁਰੂ ਗੁਰੂ ਜਪੇ ਮੀਤ ਹਮਾਰੇ ਮੁਖ ਉਜਲ ਹੋਵੇ ਦਰਬਾਰ ਔਰ ਉਹ ਮੇਰਾ ਮੀਤ ਬਣ ਜਾਏਗਾ ਗੁਰੂ ਗੁਰੂ ਜਪੇ ਮੀਤ ਹਮਾਰੇ ਮੁਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।